ਸਤਿ ਸ੍ਰੀ ਸਟੂਡੈਂਟ ਆਪਾਂ ਨਾ ਅੱਜ ਦੇ ਜਿਹੜਾ ਟੌਪਿਕ ਸ਼ੁਰੂ ਕਰਨਾ ਹੈ ਬੇਟਾ, ਇਹਨੂੰ ਤੁਸੀਂ ਆਪਣੇ ਦੇਖ ਕੇ ਲਿਖ ਵੀ ਲੈਣਾ, ਪੌਜ਼ ਕਰਕੇ ਵੀਡੀਓ, ਠੀਕ ਹੈ ਨਾ। ਪਲੱਸ ਕਿਆ ਜੀ, ਇਹਨੂੰ ਆਪਾਂ ਸਮਝ ਵੀ ਲੈਣਾ, ਜੇ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਵੀ ਦੇਣਾ, ਠੀਕ ਹੈ ਨਾ। ਜਿਹੜਾ ਇਹ ਟੌਪਿਕ ਹੈ ਤੁਸੀਂ +1 ਚ ਪੜ੍ਹਿਆ ਵੀ ਹੈ ਮੈਨੇਜਮੈਂਟ ਦਾ, ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਸ਼ੁਰੂ ਕਰਨਾ ਉਹ ਨੇਚਰ ਐਂਡ ਸਿਗਨੀਫੀਕੈਂਸ ਆਫ ਮੈਨੇਜਮੈਂਟ, ਠੀਕ ਹੈ ਨਾ। ਜਿੱਦਾਂ ਪਹਿਲੇ ਨੰਬਰ 'ਤੇ ਇੰਟਰੋਡਕਸ਼ਨ ਦੇ ਵਿੱਚ ਕੀ ਆ ਕਿ ਮੈਨੇਜਮੈਂਟ ਆ ਨਾ ਹਰੇਕ ਮਤਲਬ ਬਿਜ਼ਨਸ ਦੇ ਵਿੱਚ, ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਜ਼ਰੂਰੀ ਆ, ਠੀਕ ਨਾ। ਕਿ ਮਤਲਬ ਬਿਜ਼ਨਸ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਆਂ ਹੁੰਦੀਆਂ ਸਾਰਿਆਂ ਦੇ ਵਿੱਚ ਕੀ ਕੀਤੀ ਜਾਂਦੀ ਹੈ ਜੀ, ਮੈਨੇਜਮੈਂਟ ਕੀਤੀ ਜਾਂਦੀ ਆ। ਕਿਸੇ ਵੀ ਤਰ੍ਹਾਂ ਦਾ ਡਿਪਾਰਟਮੈਂਟ ਮਤਲਬ ਬਿਜ਼ਨਸ ਹੋਵੇ, ਸਰਵਿਸ ਹੋਵੇ, ਪ੍ਰੋਡਕਸ਼ਨ ਹੋਵੇ, ਮੈਨੂਫੈਕਚਰਿੰਗ ਹੋਵੇ, ਕਿਸੇ ਤਰ੍ਹਾਂ ਦਾ ਹੁੰਦਾ, ਹਰੇਕ ਦੇ ਵਿੱਚ ਕੀ ਕੀਤੀ ਜਾਂਦੀ ਹੈ ਜੀ, ਵਰਤੀ ਜਾਂਦੀ ਹੈ, ਠੀਕ ਨਾ। ਤਾਂ ਬੇਟਾ ਇਹਦੇ ਵਿੱਚ ਪਹਿਲੇ ਨੰਬਰ 'ਤੇ ਹੈਗਾ ਤੁਹਾਡਾ ਕੰਸੈਪਟ ਦੇ ਵਿੱਚ ਕਿਹਾ ਗਿਆ ਜੀ ਮੀਨਿੰਗ ਕੀ ਆ, ਠੀਕ ਨਾ। ਜਿੱਦਾਂ ਕਹਿੰਦਾ ਮੈਨੇਜਮੈਂਟ ਇਜ਼ ਐਨ ਆਰਟ ਆਫ ਦੀ ਗੈਟਿੰਗ ਥਿੰਗ ਡਨ ਫਰੋਮ ਦੀ ਅਦਰਸ। ਉਹੀ ਹੈ ਬੇਟਾ ਕਿ ਮਤਲਬ ਮੈਨੇਜਮੈਂਟ ਕੀ ਆ, ਕਹਿੰਦਾ ਇੱਕ ਤਰ੍ਹਾਂ ਦੀ ਨਾ ਕਲਾ ਆ ਕਿਸੇ ਦੂਜੇ ਬੰਦਿਆਂ ਤੋਂ ਕਿਹਾ ਜੀ ਕੰਮ ਕਰਵਾਉਣ ਦੀ, ਠੀਕ ਨਾ। ਕਿ ਦੂਜੇ ਬੰਦੇ ਤੋਂ ਕਿਹਾ ਜੀ ਅਸੀਂ ਕੰਮ ਕਰਵਾਉਣਾ ਹੈ, ਠੀਕ ਹੈ ਨਾ। ਤਾਂ ਅੱਗੇ ਕਹਿੰਦਾ ਮੈਨੇਜਮੈਂਟ ਇਜ਼ ਅ ਗੋਲ ਓਰੀਐਂਟਡ ਪ੍ਰੋਸੈਸ। ਉਹੀ ਹੈ ਬੇਟਾ ਕਿ ਮਤਲਬ ਕਿਹਾ ਜੀ ਵਿਚ ਏਮ ਐਟ, ਉਹੀ ਆ ਕਿ ਜਿਹੜੀ ਹੈ ਨਾ ਸਾਡੀ ਮੈਨੇਜਮੈਂਟ ਆ ਉਹ ਗੋਲ ਓਰੀਐਂਟਡ ਮਤਲਬ ਕਿਹਾ ਜੀ ਪ੍ਰੋਸੈਸ ਆ, ਕਿ ਇਹਦੇ ਵਿੱਚ ਨਾ ਕੁਛ ਸਾਡੇ ਕੋਲ ਏਮ ਹੁੰਦੇ ਆ, ਕੁਝ ਗੋਲ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਅਚੀਵ ਕਰਨ ਦੇ ਲਈ ਕੀ ਕਰਦੇ ਆ ਜੀ, ਕੰਮ ਕਰਦੇ ਆ। ਕਿੱਦਾਂ ਜੀ, ਇਫੈਕਟਿਵਲੀ ਅਤੇ ਪਲੱਸ ਕਿਹਾ ਜੀ ਐਫੀਸ਼ੀਐਂਟਲੀ, ਠੀਕ ਨਾ। ਮਤਲਬ ਕਿਹਾ ਜੀ ਦੋ ਚੀਜ਼ਾਂ ਹੁੰਦੀਆਂ ਆ, ਇੱਕ ਹੀ ਹੁੰਦੀ ਹੈ ਜੀ ਇਫੈਕਟਿਵ ਹੁੰਦੇ ਆ, ਇੱਕ ਪਲੱਸ ਕਿਹਾ ਜੀ ਐਫੀਸ਼ੀਐਂਟਲੀ ਹੁੰਦਾ। ਬੇਟਾ ਦੋ ਚੀਜ਼ਾਂ ਆ। ਇਫੈਕਟਿਵਲੀ ਦਾ ਮਤਲਬ ਹੁੰਦਾ ਕਿਸੇ ਵੀ ਕੰਮ ਨੂੰ ਅਸੀਂ ਜਿਹੜਾ ਸਾਨੂੰ ਟਾਈਮ ਦਿੱਤਾ ਆ ਉਹਦੇ ਵਿੱਚ ਕਰਨਾ, ਠੀਕ ਨਾ। ਇਫੈਕਟਿਵਲੀ ਦਾ ਮਤਲਬ ਕਿਹਾ ਜੀ ਕਿ ਸਾਨੂੰ ਕੋਈ ਕੰਮ ਦਿੱਤਾ ਆ, ਉਸ ਕੰਮ ਨੂੰ ਅਸੀਂ ਜਿਹੜਾ ਟਾਈਮ ਦਿੱਤਾ ਆ ਉਹਦੇ ਵਿੱਚ ਪੂਰਾ ਕਰਨਾ, ਠੀਕ ਨਾ। ਕਿ ਜਿੱਦਾਂ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਵੀ ਦਿੱਤੀ ਹੋਵਾ, ਕਹਿੰਦੇ ਵੀ ਮੈਨੇਜਰ ਆਫ ਦੀ ਬਿਜ਼ਨਸ ਗਿਵ ਵਰਕ ਟੂ ਏ ਮੈਨੂਫੈਕਚਰ ਕਿੰਨਾ ਜੀ 1000 ਯੂਨਿਟ, ਮਤਲਬ 1000 ਯੂਨਿਟ ਉਹਨੇ 10 ਦਿਨਾਂ 'ਚ ਬਣਾਉਣੀ ਆ। ਉਹ ਮਤਲਬ ਕਿਹਾ ਜੀ ਆਪਣਾ 10 ਦਿਨਾਂ ਵਿੱਚ ਕੰਮ ਪੂਰਾ ਹੋ ਜਾਂਦਾ ਆ। ਮਤਲਬ ਇਹ ਕਿਹਾ ਜੀ ਉਹਦਾ ਇਫੈਕਟਿਵਲੀ ਆ, ਜੇ ਜਦੋਂ ਉਹਨੇ 10 ਦਿਨ ਪੂਰਾ ਕਰ ਦਿੱਤਾ ਉਹ ਕੰਮ ਕੀ ਹੋਣਾ ਜੀ, ਇਫੈਕਟਿਵਲੀ ਹੋਣਾ, ਠੀਕ ਨਾ। ਦੂਜੇ ਪਲੱਸ ਕਿਆ ਕਹਿੰਦੇ ਸਾਡੀ ਐਫੀਸ਼ੀਐਂਸਲੀ ਪਲੱਸ ਕਿਹਾ ਜੀ ਕਿ ਮਤਲਬ ਕਿਹਾ ਜੀ ਇੱਕ ਸਾਡੇ ਕੋਲ ਇਫੈਕਟਿਵਲੀ, ਇੱਕ ਹੁੰਦੀ ਹੈ ਕਿਹਾ ਜੀ ਐਫੀਸ਼ੀਐਂਸੀ, ਠੀਕ ਨਾ। ਇਫੈਕਟਿਵਲੀ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਬੇਟਾ, ਇਫੈਕਟਿਵ ਦਾ ਮਤਲਬ ਹੁੰਦਾ ਕਿ ਜਿਹੜਾ ਸਾਨੂੰ ਕੰਮ ਦਿੱਤਾ ਆ, ਜਿੰਨਾ ਸਾਨੂੰ ਟਾਈਮ ਦਿੱਤਾ ਆ, ਠੀਕ ਨਾ, ਕਿ ਉਹਦੇ ਵਿੱਚ ਅਸੀਂ ਕੀ ਕਰਨਾ ਹੈਗਾ ਜੀ, ਉਸ ਕੰਮ ਨੂੰ ਪੂਰਾ ਕਰ ਦੇਣਾ, ਠੀਕ ਨਾ। ਕਿ ਜਿੱਦਾਂ ਦੇ ਵੀ ਦਿੱਤਾ ਕਿ ਮੰਨ ਲਓ ਸਾਨੂੰ ਕਿਹਾ ਜੀ ਹੁਣ ਕਿ ਜਿਹੜੀ ਮਤਲਬ ਐਫੀਸ਼ੀਐਂਟਲੀ ਹੁੰਦਾ ਉਹਦੇ ਵਿੱਚ ਕੀ ਹੋਣਾ ਆ ਕਿ ਜਿਹੜਾ ਕੰਮ ਸਾਨੂੰ ਦਿੱਤਾ ਆ ਉਹ ਜਿੰਨਾ ਸਾਨੂੰ ਟਾਈਮ ਦਿੱਤਾ ਆ ਉਹਦੇ ਵਿੱਚ ਪੂਰਾ ਵੀ ਕਰਨਾ ਆ, ਪਲੱਸ ਉਹ ਲੈਸ ਕੋਸਟ 'ਤੇ ਕਰਨਾ। ਜਿਹੜਾ ਉਹਦਾ ਖਰਚਾ ਹੋਣਾ ਆ ਬਾਕੀਆਂ ਦੇ ਕੰਪੈਰੀਜ਼ਨ ਕੀ ਹੋਣਾ ਜੀ, ਘੱਟ ਹੋਣਾ ਆ। ਪਲੱਸ ਕਿਹਾ ਜੀ, ਠੀਕ ਹੈ ਨਾ। ਯਾਨੀ ਕਿ ਇਫੈਕਟਿਵਲੀ ਦਾ ਮਤਲਬ ਕਿਹਾ ਜੀ ਕੰਮ ਨੂੰ ਪੂਰਾ ਕਰ ਦੇਣਾ, ਲੇਕਿਨ ਐਫੀਸ਼ੀਐਂਟਲੀ ਦਾ ਮਤਲਬ ਕਿਹਾ ਜੀ ਕਿ ਉਸ ਕੰਮ ਨੂੰ ਉਸੇ ਟਾਈਮ ਦੇ ਵਿੱਚ ਘੱਟ ਕੋਸਟ 'ਤੇ ਪੂਰਾ ਕਰਨਾ ਹੈ, ਠੀਕ ਹੈ ਨਾ। ਬੇਟਾ ਪਤਾ ਲੱਗ ਗਿਆ ਨਾ ਕਿ ਦੋਨੇ ਚੀਜ਼ਾਂ ਇੱਕ ਦੂਜੇ ਨਾਲ ਮਤਲਬ ਕਿ ਜੀ ਇੰਟਰਲੇਟਡ ਆ, ਠੀਕ ਨਾ। ਕਿ ਜਿਹੜਾ ਮਤਲਬ ਇਫੈਕਟਿਵਨੈਸ ਆ ਉਹਦੇ ਵਿੱਚ ਕੀ ਹੋਣਾ ਆ, ਉਹਦੇ ਵਿੱਚ ਜਿਹੜਾ ਕੰਮ ਹੋਣਾ ਜਿੰਨਾ ਟਾਈਮ ਦਿੱਤਾ ਹੋਣਾ ਉਹ 'ਚ ਪੂਰਾ ਕਰਨਾ ਆ। ਲੇਕਿਨ ਜਿਹੜੀ ਐਫੀਸ਼ੀਐਂਸੀ ਹੋਣਾ ਉਹਦੇ ਵਿੱਚ ਆਪਾਂ ਕੰਮ ਨੂੰ ਕਾਹਦੇ ਵਿੱਚ ਪੂਰਾ ਕਰਨਾ ਜੀ, ਕੰਮ ਨੂੰ ਟਾਈਮ 'ਤੇ ਵੀ ਕਰਨਾ ਆ, ਪਲੱਸ ਕਿਹਾ ਜੀ ਘੱਟ ਕੋਸਟ 'ਤੇ ਕਰਨਾ। ਕੰਮ ਕਿੰਨੇ 'ਤੇ ਕਰਨਾ ਜੀ, ਘੱਟ ਕੋਸਟ 'ਤੇ ਕਰਨਾ ਹੈ, ਠੀਕ ਹੈ ਨਾ। ਕਿ ਮਤਲਬ ਇਹਨਾਂ ਵਿੱਚ ਦੋਨਾਂ ਫਰਕ ਵਾ, ਪਤਾ ਲੱਗ ਗਿਆ ਨਾ ਬੇਟਾ। ਇਫੈਕਟਿਵਨੈਸ ਦਾ ਮਤਲਬ ਕੀ ਹੁੰਦਾ ਹੈ ਜੀ ਕਿ ਕੰਮ ਨੂੰ ਅਸੀਂ ਕੀ ਕਰਨਾ ਹੈਗਾ ਜੀ, ਪੂਰੇ ਟਾਈਮ 'ਤੇ ਜਿੰਨਾ ਟਾਈਮ ਦਿੱਤਾ ਉਨੇ ਵਿੱਚ ਪੂਰਾ ਕਰਨਾ। ਦੂਜੇ ਨੰਬਰ 'ਤੇ ਐਫੀਸ਼ੀਐਂਸੀ ਦਾ ਮਤਲਬ ਕੀ ਹੁੰਦਾ ਆ ਕਿ ਮਤਲਬ ਜਿਹੜਾ ਕੰਮ ਕਰਨਾ ਆ, ਜਿਹੜਾ ਕੰਮ ਕਿਹਾ ਜੀ ਕਰਨਾ ਆ ਉਹਨੂੰ ਘੱਟ ਟਾਈਮ 'ਤੇ ਵੀ ਕਰਨਾ ਆ, ਪਲੱਸ ਕੀ ਕਰਨਾ ਹੈਗਾ ਜੀ ਕਿ ਜਿਹੜਾ ਕੰਮ ਕਰਨਾ ਆ ਘੱਟ ਟਾਈਮ 'ਤੇ ਵੀ ਕਰਨਾ ਆ, ਅਤੇ ਪਲੱਸ ਕਿਹਾ ਜੀ ਘੱਟ ਕੋਸਟ 'ਤੇ ਵੀ, ਠੀਕ ਨਾ। ਅੱਗੇ ਬੇਟਾ ਹੈਗਾ ਤੁਹਾਡੇ ਕਰੈਕਟਰਿਸਟਿਕਸ ਆਫ ਮੈਨੇਜਮੈਂਟ ਆ, ਠੀਕ ਨਾ। ਜਿਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਹੈਗਾ ਮੈਨੇਜਮੈਂਟ ਇਜ਼ ਏ ਗੋਲ ਓਰੀਐਂਟਡ ਪ੍ਰੋਸੈਸ, ਠੀਕ ਨਾ। ਕਿ ਇਹਦੇ ਵਿੱਚ ਮਤਲਬ ਹੁੰਦਾ ਬੇਟਾ ਕਿ ਜਿਹੜੀ ਸਾਡੇ ਕੋਲ ਮੈਨੇਜਮੈਂਟ ਹੁੰਦੀ ਹੈ ਨਾ ਉਹ ਸਾਡੀ ਕਿਹੜੀ ਹੁੰਦੀ, ਗੋਲ ਓਰੀਐਂਟਲ ਹੁੰਦੀ। ਗੋਲ ਓਰੀਐਂਟਲ ਮਤਲਬ ਕਿਹਾ ਜੀ ਕਿ ਉਹਦੇ ਵਿੱਚ ਕਿ ਅਸੀਂ ਕੀ ਕਰਦੇ ਹੈਗੇ ਆ ਜੀ ਕਿ ਪਲੱਸ ਕਿਹਾ ਜੀ ਉਹਦੇ ਵਿੱਚ ਕੁਝ ਗੋਲ ਨਿਸ਼ਚਿਤ ਕੀਤੇ ਜਾਂਦੇ ਆ, ਉਹਨਾਂ ਗੋਲਸ ਨੂੰ ਪੂਰਾ ਕਰਨ ਦੇ ਲਈ ਅਸੀਂ ਕੀ ਕਰਦੇ ਆ ਜੀ, ਮੈਨੇਜਮੈਂਟ ਸਾਡੀ ਹੈਲਪ ਕਰਦੀ ਹੈ, ਠੀਕ ਹੈ ਨਾ। ਪਲੱਸ ਕਿਹਾ ਜੀ ਅੱਗੇ ਬੇਟਾ ਹੈਗਾ ਸਾਡੇ ਬੇਟਾ ਮੈਨੇਜਮੈਂਟ ਇਜ਼ ਆਲ ਕਹਿ ਜੀ ਪ੍ਰੀਵੈਂਸਿਵ, ਜਾਂ ਆਪਾਂ ਕਹਿ ਸਕਦੇ ਹਾਂ ਮੈਨੇਜਮੈਂਟ ਕਹਿ ਜੀ ਯੂਨੀਵਰਸਲ। ਮਤਲਬ ਕਿ ਜਿਹੜੀ ਮੈਨੇਜਮੈਂਟ ਹੈ ਨਾ ਉਹ ਹਰੇਕ ਜਗ੍ਹਾ ਵਰਤੀ ਜਾਂਦੀ ਆ, ਠੀਕ ਨਾ। ਚਾਹੇ ਕੀ ਹੋਵੇ ਜੀ ਉਹ ਮਤਲਬ ਪ੍ਰੋਫਿਟੇਬਲ ਹੋਵੇ, ਚਾਹੇ ਨੋਨ ਪ੍ਰੋਫਿਟੇਬਲ ਹੋਵੇ, ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦਾ ਆਰਗੇਨਾਈਜੇਸ਼ਨ ਕੋਈ ਵੀ ਸੈਕਟਰ ਹੋਵੇ, ਹਰੇਕ ਵਿੱਚ ਵਰਤੀ ਜਾਂਦੀ ਆ। ਉਸ ਤੋਂ ਬਾਅਦ ਬੇਟਾ ਅੱਗੇ ਹੈਗਾ ਜੀ ਕਿਆ ਹੈ ਸਾਡੇ ਕੋਲ ਮੈਨੇਜਮੈਂਟ ਮਲਟੀ ਡਿਮੈਂਸ਼ਨ। ਉਹੀ ਆ ਕਿ ਮਤਲਬ ਜਿਹੜੀ ਮੈਨੇਜਮੈਂਟ ਆ ਨਾ ਉਹ ਕਹਿੰਦਾ ਕਿਸੇ ਇੱਕ ਚੀਜ਼ ਨਾਲ ਰਿਲੇਟਡ ਨਹੀਂ ਹੈਗੀ, ਠੀਕ ਹੈ ਨਾ। ਉਹ ਕਿਹਾ ਜੀ ਮਲਟੀ ਡਿਮੈਂਸ਼ਨ ਆ ਸਾਡੇ ਕੋਲ, ਠੀਕ ਹੈ ਨਾ।
ਮਤਲਬ ਕੀ ਆ, ਮੈਨੇਜਮੈਂਟ ਦੇ ਵਿੱਚ ਕਈ ਚੀਜ਼ਾਂ ਇਨਕਲੂਡ ਆ, ਜਿੱਦਾਂ ਮੈਨੇਜਮੈਂਟ ਆਫ ਪਬਲਿਕ ਹੋ ਗਿਆ, ਮੈਨੇਜਮੈਂਟ ਆਫ ਪੀਪਲ ਹੋ ਗਿਆ, ਮੈਨੇਜਮੈਂਟ ਆਫ ਕਿਆ ਜੀ ਓਪਰੇਸ਼ਨ ਹੋ ਗਿਆ। ਠੀਕ ਹੈ ਨਾ। ਉਹ ਤੋਂ ਬੇਟਾ ਅੱਗੇ ਹੈਗਾ ਜੀ ਸਾਡਾ ਮੈਨੇਜਮੈਂਟ ਕਿਆ ਹੈ ਜੀ, ਇੱਕ ਕੰਟੀਨਿਊ ਪ੍ਰੋਸੈਸ ਆ। ਠੀਕ ਨਾ, ਕਿ ਮਤਲਬ ਮੈਨੇਜਮੈਂਟ ਹੈ ਜਿਹੜੀ ਉਹ ਕਹਿ ਜੀ ਕੰਟੀਨਿਊ ਚੱਲਦੀ ਰਹਿੰਦੀ। ਇਹ ਨਹੀਂ ਹੈਗਾ ਕਿ ਇੱਕ ਵਾਰੀ ਐਕਟੀਵਿਟੀ ਕੀਤੀ ਤਾਂ ਉਹ ਖਤਮ ਹੋ ਗਈ, ਉਹ ਕਹਿ ਜੀ ਲਗਾਤਾਰ ਚੱਲੀ ਜਾਣੀ ਆ। ਠੀਕ ਨਾ। ਅੱਗੇ ਹੈਗਾ ਬੇਟਾ ਮੈਨੇਜਮੈਂਟ ਇਜ਼ ਡਾਇਨਾਮਿਕ ਫੰਕਸ਼ਨ ਪਲੱਸ ਕਹਿ ਜੀ ਕਿ ਮੈਨੇਜਮੈਂਟ ਕੋਈ ਸਟੈਟਿਕ ਨਹੀਂ ਹੈਗਾ ਕਿ ਜਿਹੜੀ ਇੱਕ ਵਾਰੀ ਕਰ ਦਿੱਤੀ ਬਸ ਉਹੀ ਰਹਿਣੀ ਆ। ਮਤਲਬ ਜਿਸ ਹਿਸਾਬ ਨਾਲ ਹੈ ਨਾ ਸਾਡੇ ਕੋਲ ਬਿਜ਼ਨਸ এনवायरमेंट ਦੇ ਵਿੱਚ ਚੇਂਜ ਆਉਂਦਾ ਹੈ, ਕਿਸੇ ਤਰ੍ਹਾਂ ਦੀ ਚੇਂਜ ਆਉਂਦੀ ਆ, ਉਹਦੇ ਮੁਤਾਬਕ ਕੀ ਕਰਦੇ ਹਾਂ ਜੇ ਆਪਾਂ ਮੈਨੇਜਮੈਂਟ ਦੀ ਮਤਲਬ ਉਹ ਵੀ ਕਿਹਾ ਜੀ ਸਾਡੇ ਕੋਲ ਚੇਂਜ ਹੋ ਜਾਂਦੀ ਆ। ਠੀਕ ਨਾ। ਔਰ ਪਲੱਸ ਕਿਹਾ ਜੀ ਕਿ ਉਹ ਤੋਂ ਅੱਗੇ ਹੈਗਾ ਜੀ ਮੈਨੇਜਮੈਂਟ ਕਿਹਾ ਜੀ ਇਨਟੈਂਜੀਬਲ ਆ, ਮਤਲਬ ਕਿਹਾ ਜੀ ਕਿਤੇ ਨਹੀਂ ਇਨਫੋ, ਮਤਲਬ ਜਿਹਨੂੰ ਆਪਾਂ ਨਾ ਦੇਖ ਸਕਦੇ ਹਾਂ ਨਾ ਟੱਚ ਕਰ ਸਕਦੇ ਹਾਂ। ਠੀਕ ਨਾ। ਅੱਗੇ ਬੇਟਾ ਹੈਗਾ ਸਾਡੇ ਕੋਲ ਆਬਜੈਕਟਿਵ ਆਫ ਮੈਨੇਜਮੈਂਟ, ਜਿਹਦੇ ਪਹਿਲੇ ਨੰਬਰ 'ਤੇ ਹੈਗਾ ਜੀ ਆਰਗੇਨਾਈਜੇਸ਼ਨ ਆਬਜੈਕਟਿਵ। ਆਰਗੇਨਾਈਜੇਸ਼ਨ ਜਿਹੜਾ ਵੀ ਮੰਨ ਲਓ ਕੋਈ ਆਰਗੇਨਾਈਜੇਸ਼ਨ ਹੈਗਾ ਆ, ਉਹਦਾ ਮੇਨ ਆਬਜੈਕਟਿਵ ਕੀ ਹੁੰਦਾ, ਜਿਹਦਾ ਪਹਿਲੇ ਨੰਬਰ 'ਤੇ ਕੀ ਹੁੰਦਾ ਇਹ ਆਰਗੇਨਾਈਜ਼ ਦਾ ਸਰਵਾਈਵਲ। ਸਰਵਾਈਵਲ ਦੇ ਵਿੱਚ ਕਹਿੰਦਾ ਕਿ ਹਰੇਕ ਆਰਗੇਨਾਈਜੇਸ਼ਨ ਚਾਹਦਾ ਆ ਕਿ ਜਿਹੜੀ ਵੀ ਮਤਲਬ ਉਹਦੀ ਕੋਸਟ ਆਈ ਆ ਪ੍ਰੋਡਕਸ਼ਨ 'ਤੇ ਉਹ ਉਹਨੂੰ ਰੈਵਨਿਊ ਦੇ ਰੂਪ ਵਿੱਚ ਕਹਿ ਜੀ ਰਿਸੀਵਡ ਹੋ ਜਾਵੇ, ਜਿਸ ਕਰਕੇ ਉਹ ਮਾਰਕੀਟ ਦੇ ਵਿੱਚ ਕਹਿ ਜੀ ਮਤਲਬ ਚੱਲ ਸਕੇ, ਮਤਲਬ ਕਹਿ ਜੀ ਜਿੰਦਾ ਰਹਿ ਸਕੇ। ਠੀਕ ਹੈ ਨਾ। ਜਿਹਦੇ ਲਈ ਆਪਣੇ ਬਿਜ਼ਨਸ ਵਿੱਚ ਪ੍ਰੋਫਿਟ ਵੀ ਕਮਾਉਣਾ ਚਾਹੁੰਦਾ ਉਹ ਵੀ ਉਹਦਾ ਆਬਜੈਕਟਿਵ ਆ, ਪਲੱਸ ਕਹਿੰਦੇ ਆਪਣੇ ਬਿਜ਼ਨਸ ਦੀ ਗਰੋਥ ਕਰਨਾ। ਠੀਕ ਹੈ ਨਾ, ਜਾਣੀ ਕਿ ਪਹਿਲੇ ਨਾਲੋਂ ਬਿਜ਼ਨਸ ਨੂੰ ਵਧਾਉਣਾ, ਉਹ ਵੀ ਇਹਦੇ ਆਬਜੈਕਟਿਵ ਵਿੱਚ ਆ ਜਾਂਦਾ। ਅੱਗੇ ਬੇਟਾ ਆ ਜਾਂਦੇ ਸੋਸ਼ਲ ਆਬਜੈਕਟਿਵ। ਠੀਕ ਨਾ। ਸੋਸ਼ਲ ਆਬਜੈਕਟਿਵ ਦੇ ਵਿੱਚ ਆ ਜਾਂਦੇ ਆ ਕਿ ਬਿਜ਼ਨਸ ਦੇ ਕੁਛ ਨਾ ਆਪਣੀ ਜਿਹੜੀ ਸੁਸਾਇਟੀ ਦੇ ਵਿੱਚ ਉਹ ਕੰਮ ਕਰਦਾ ਪਿਆ ਆ, ਜਿਹੜੇ ਸਮਾਜ ਦੇ ਵਿੱਚ ਜਿੱਥੋਂ ਲੇਬਰ ਲੈਂਦਾ, ਜਿਹਦੇ ਰਿਸੋਰਸਸ ਵਰਤਦਾ ਆ। ਠੀਕ ਨਾ। ਉਹਦੇ ਪ੍ਰਤੀ ਵੀ ਉਹਦੀਆਂ ਕੁਝ ਰਿਸਪੌਂਸੀਬਿਲਟੀਜ਼ ਆ। ਠੀਕ ਨਾ। ਜਿੱਦਾਂ ਮਤਲਬ ਕਿਹਾ ਜੀ ਉਹਨਾਂ ਨੂੰ ਜਿਹੜੇ ਪ੍ਰੋਡਕਸ਼ਨ ਦੇ ਨਾਲ ਮਤਲਬ ਪ੍ਰੋਡਕਸ਼ਨ ਦੇ ਮੈਥਡ ਇੱਦਾਂ ਦੇ ਵਰਤਣੇ ਜਿੰਨਾ এনवायरमेंट ਪੋਲਿਊਟਡ ਨਾ ਹੋਵੇ। ਠੀਕ ਨਾ। ਉਹ ਤੋਂ ਅੱਗੇ ਆ ਜਾਂਦਾ ਬੇਟਾ ਪਰਸਨਲ ਕੁਝ ਆਬਜੈਕਟਿਵ ਹੁੰਦੇ। ਪਰਸਨਲ ਆਬਜੈਕਟਿਵ ਦੇ ਵਿੱਚ ਕੀ ਆ ਜਾਂਦੇ ਕਿ ਜਿਹੜੇ ਹੈ ਨਾ ਮਤਲਬ ਉਹਦੇ ਕੁਝ ਪਰਸਨਲ ਆਬਜੈਕਟਿਵ ਆ। ਠੀਕ ਆ ਮੈਨੇਜਰ ਦੇ, ਪਲੱਸ ਕਿਹਾ ਜੀ ਆਰਗੇਨਾਈਜ਼ ਦੇ ਜਿਹੜੇ ਆਬਜੈਕਟਿਵਸ ਆ ਉਹਨਾਂ ਨੂੰ ਮਿਲਾ ਕੇ ਚੱਲਣਾ। ਉਹਨਾਂ ਨੂੰ ਕੀ ਕਰਨਾ ਜੀ ਉਹਨੇ ਮਿਲਾ ਕੇ ਚੱਲਣਾ ਕਿ ਆਪਣੇ ਨਾਲ ਨਾਲ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਵੀ ਪੂਰੇ ਕਰ ਸਕੇ। ਅੱਗੇ ਬੇਟਾ ਹੈਗਾ ਤੁਹਾਡਾ ਨੇਚਰ ਆਫ ਮੈਨੇਜਮੈਂਟ। ਠੀਕ ਨਾ। ਯਾਨੀ ਕਿ ਜਿਹੜਾ ਨੇਚਰ ਆਫ ਮੈਨੇਜਮੈਂਟ ਆ ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜੀ ਮਤਲਬ ਮੈਨੇਜਮੈਂਟ ਆ ਅਸੀਂ ਉਹਨੂੰ ਕਿਆ ਕਰ ਸਕਦੇ ਨੇਚਰ ਤਿੰਨ ਤਰ੍ਹਾਂ ਆਪਾਂ ਡਿਫਾਈਨ ਕਰ ਸਕਦੇ। ਪਹਿਲੇ ਨੰਬਰ 'ਤੇ ਐਜ਼ ਐਨ ਆਰਟ। ਠੀਕ ਨਾ। ਫਿਰ ਕਿਹੜਾ ਜੀ ਐਜ਼ ਏ ਸਾਇੰਸ ਅਤੇ ਐਜ਼ ਏ ਪ੍ਰੋਫੈਸ਼ਨ। ਠੀਕ ਨਾ। ਕਿ ਮਤਲਬ ਕਿਆ ਜੀ ਮੈਨੇਜਮੈਂਟ ਨੂੰ ਪਹਿਲਾਂ ਆਪਾਂ ਐਜ਼ ਐਨ ਆਰਟ ਮਤਲਬ ਇੱਕ ਕਲਾ ਦੇ ਤੌਰ 'ਤੇ ਪਰ ਦੇਖਣਾ ਕਿ ਇੱਕ ਵਾਟ ਇਜ਼ ਐਨ ਆਰਟ, ਮਤਲਬ ਮੈਨੇਜਮੈਂਟ ਕਿਹਾ ਜੀ ਇੱਕ ਆਰਟ ਵਾ। ਠੀਕ ਨਾ। ਤਾਂ ਇਹਦੇ ਲਈ ਬੇਟਾ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਆਰਟ ਕੀ ਹੁੰਦੀ ਆ, ਵਾਟ ਇਜ਼ ਐਨ ਆਰਟ। ਬੇਟਾ ਆਰਟ ਆਪਾਂ ਕਹਿ ਸਕਦੇ ਆਰਟ ਇਜ਼ ਪ੍ਰੈਕਟੀਕਲ ਐਪਲੀਕੇਸ਼ਨ ਆਫ ਥਿਓਰੀਟੀਕਲ ਨੌਲੇਜ ਵਿਚ ਇਜ਼ ਰਿਕੁਆਇਰ ਫਰੋਮ ਦੀ ਬੁੱਕਸ ਐਂਡ ਪਲੱਸ ਕਿਹਾ ਜੀ ਕਿ ਮੰਨ ਲਓ ਕਿਹਾ ਜੀ ਜਿਹੜੀ ਹੈ ਨਾ ਮਤਲਬ ਆਰਟ ਆ ਇੱਕ ਤਰ੍ਹਾਂ ਦੀ ਕਹਿੰਦਾ ਪ੍ਰੈਕਟੀਕਲੀ ਸਾਨੂੰ ਨੌਲੇਜ ਹੁੰਦੀ, ਥਿਓਰੀਟੀਕਲ ਨੌਲੇਜ ਹੁੰਦੀ ਆ ਜਿਹੜੀ ਕਿ ਜੀ ਆਪਾਂ ਬੁੱਕਸ ਤੋਂ ਮੈਗਜ਼ੀਨ ਤੋਂ ਪੜ੍ਹ ਕੇ ਉਹਨਾਂ ਤੋਂ ਇਕੱਠਾ ਕਰਦੇ ਹਾਂ। ਠੀਕ ਨਾ। ਇਸੇ ਤਰ੍ਹਾਂ ਬੇਟਾ ਕੁਝ ਆਰਟਸ ਦੇ ਸਾਨੂੰ ਫੀਚਰ ਦਿੱਤੇ ਹੋਆ। ਪਹਿਲੇ ਨੰਬਰ 'ਤੇ ਹੈਗਾ ਕਹਿੰਦਾ ਡਿਸਟੈਂਸ ਆਫ ਥਿਓਰੀਟੀਕਲ ਨੌਲੇਜ। ਪਹਿਲੇ ਨੰਬਰ 'ਤੇ ਕਿਹਾ ਜੀ ਕਿ ਇਹਦੇ ਵਿੱਚ ਸਾਨੂੰ ਕਿਹਾ ਜੀ ਥਿਓਰੀਟੀਕਲ ਨੌਲੇਜ ਹੋਣੀ ਚਾਹੀਦੀ ਆ। ਕੀ ਹੋਣੀ ਚਾਹੀਦੀ ਹੈ? ਥਿਓਰੀਟੀਕਲ ਨੌਲੇਜ ਹੋਣੀ ਚਾਹੀਦੀ ਆ ਕਿ ਜਾਣੀ ਕਿ ਜਿਸ ਵੀ ਆਪਾਂ ਜਿੱਦਾਂ ਮੰਨ ਲਓ ਕਿ ਡਰਾਇੰਗ ਕਰਦੇ ਆ ਡਰਾਇੰਗ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਆ। ਸਿੰਗਿੰਗ ਸਾਡੀ ਆਰਟ ਆ ਕਲਾ ਆ ਉਹਦੇ ਵਿੱਚ ਸਾਨੂੰ ਸਿੰਗਿੰਗ ਬਾਰੇ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਕਿੱਦਾਂ ਕਿੱਦਾਂ ਕਿਹੜੇ ਮਤਲਬ ਚੀਜ਼ ਵਰਤੀ ਜਾਂਦੀ ਆ। ਠੀਕ ਨਾ। ਕਿ ਪਲੱਸ ਕਿਹਾ ਜੀ ਦੂਜੇ ਨੰਬਰ 'ਤੇ ਹੈਗਾ ਬੇਟਾ ਪਰਸਨਲਾਈਜ਼ ਐਪਲੀਕੇਸ਼ਨ। ਪਰਸਨਲਾਈਜ਼ ਐਪਲੀਕੇਸ਼ਨ ਦਾ ਮਤਲਬ ਕਿ ਹਰੇਕ ਬੰਦਾ ਨਾ ਆਪਣੀ ਨੌਲੇਜ ਦੇ ਨਾਲ ਠੀਕ ਨਾ ਉਸ ਚੀਜ਼ ਨੂੰ ਅਫੈਕਟ ਕਰ ਸਕਦਾ। ਉਹ ਜਿਹੜੀ ਨੌਲੇਜ ਵਾ ਉਹ ਕਿਤੇ ਵੀ ਲੈ ਸਕਦਾ, ਬੁੱਕਸ 'ਚੋਂ ਵੀ ਲੈ ਸਕਦਾ ਆ, ਨਿਊਜ਼ਪੇਪਰ ਤੋਂ ਵੀ, ਜਾਣੀ ਕਿ ਉਹਨੂੰ ਲੈ ਕੇ ਨਾ ਉਹਨੂੰ ਯੂਜ਼ ਕਰਕੇ ਆਪਣੀ ਜਿਹੜੀ ਕਲਾ ਆ ਉਹਨੂੰ ਮਤਲਬ ਕਿਹਾ ਜੀ ਨਿਖਾਰ ਸਕਦਾ। ਠੀਕ ਨਾ। ਜਿੱਦਾਂ ਹੁਣ ਮਤਲਬ ਕਿਹਾ ਜੀ ਸਿੰਗਿੰਗ ਆ, ਸਿੰਗਿੰਗ ਬੰਦਾ ਕਿਤੇ ਵੀ ਕੁਛ ਇਕੱਠਾ ਕਰ ਸਕਦਾ ਆ। ਠੀਕ ਨਾ। ਉਹ ਤੋਂ ਅੱਗੇ ਹੈਗਾ ਬੇਟਾ ਪ੍ਰੈਕਟੀਕਲ ਨੌਲੇਜ। ਪ੍ਰੈਕਟਿਸ ਹੋਣੀ ਚਾਹੀਦੀ, ਮਤਲਬ ਜਿੰਨੀ ਪ੍ਰੈਕਟਿਸ ਜ਼ਿਆਦਾ ਹੋਊਗੀ ਉਨੀ ਕੀ ਹੋਊਗੀ ਜੀ ਉਹ ਜ਼ਿਆਦਾ ਉਹਨੂੰ ਨੌਲੇਜ ਹੋਊਗੀ। ਠੀਕ ਨਾ। ਉਨੀ ਉਹਦੀ ਕਲਾ ਕੀ ਹੋਣੀ ਹੈ ਜੀ ਵਧੀਆ ਹੋਣੀ ਆ। ਅੱਗੇ ਬੇਟਾ ਹੈਗਾ ਕੰਪੈਰੀਜ਼ਨ ਬਿਟਵੀਨ ਦੀ ਫੀਚਰ ਆਫ ਦੀ ਆਰਟ ਐਂਡ ਵਿਦ ਮੈਨੇਜਮੈਂਟ। ਪਹਿਲੇ ਨੰਬਰ 'ਤੇ ਹੈਗਾ ਜੀ ਐਗਜ਼ਿਸਟੈਂਸ ਆਫ ਥਿਓਰੀਟੀਕਲ ਨੌਲੇਜ। ਬੇਟਾ ਇਹਦਾ ਹੈਗਾ ਆ ਕਿ ਥਿਓਰੀਟੀਕਲ ਨੌਲੇਜ ਸਾਨੂੰ ਆਰਟ 'ਚ ਵੀ ਚਾਹੀਦੀ ਆ, ਪਲੱਸ ਕਹਿ ਜੀ ਮੈਨੇਜਮੈਂਟ ਦੇ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀ ਥਿਓਰੀਟੀਕਲ ਨੌਲੇਜ, ਪਲੱਸ ਕਹਿ ਜੀ ਫੋਰ ਐਗਜ਼ਾਮਪਲ ਕਿ ਉਹਦੇ ਰਿਲੇਟਡ ਆਪਾਂ ਕੀ ਕਰ ਸਕਦੇ ਹਾਂ ਜੀ ਕਿਤੇ ਵੀ ਜਾਣਕਾਰੀ ਇਕੱਠੀ ਕਰ ਸਕਦੇ ਹਾਂ। ਅੱਗੇ ਬੇਟਾ ਹੈਗਾ ਜੀ ਪਰਸਨਲਾਈਜ਼ ਐਪਲੀਕੇਸ਼ਨ ਆ। ਠੀਕ ਨਾ। ਕਿ ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਪਰਸਨਲ ਸਾਡੀਆਂ ਸਕਿੱਲ ਹੁੰਦੀਆਂ ਆ ਜਿੱਦਾਂ ਆਪਾਂ ਆਰਟ ਦੇ ਵਿੱਚ ਵਰਤਦੇ ਹਾਂ ਨਾ ਉਸੇ ਤਰ੍ਹਾਂ ਆਪਾਂ ਮੈਨੇਜਮੈਂਟ ਦੇ ਵਿੱਚ ਵੀ ਵਰਤਦੇ ਹਾਂ। ਜਿੱਦਾਂ ਮਤਲਬ ਦੂਜੇ ਬੰਦੇ ਤੋਂ ਕੰਮ ਕਿੱਦਾਂ ਕਰਾਉਣਾ ਇਹ ਸਾਡੀ ਸਕਿੱਲ ਆ। ਠੀਕ ਨਾ। ਅੱਗੇ ਬੇਟਾ ਹੈਗਾ ਬੇਸਡ ਔਨ ਪ੍ਰੈਕਟਿਸ ਕ੍ਰੀਏਟੀਵਿਟੀ। ਠੀਕ ਨਾ। ਕਿ ਪਲੱਸ ਕਿਹਾ ਜੀ ਕਿ ਜਿੱਦਾਂ ਆਰਟ ਦੇ ਵਿੱਚ ਜਿੰਨੀ ਆਪਾਂ ਪ੍ਰੈਕਟਿਸ ਜ਼ਿਆਦਾ ਕਰਦੇ ਹਾਂ ਨਾ ਉਨੀ ਸਾਡੀ ਕਲਾ ਵਧੀਆ ਹੁੰਦੀ ਆ। ਇਸੇ ਤਰ੍ਹਾਂ ਮੈਨੇਜਮੈਂਟ ਦੇ ਵਿੱਚ ਜਿੱਦਾਂ ਜਿੱਦਾਂ ਆਪਾਂ ਪ੍ਰੈਕਟਿਸ ਕਰਦੇ ਜਾਂਦੇ ਹਾਂ ਤਾਂ ਹਰੇਕ ਬੰਦੇ ਦੇ ਵਿੱਚ ਉਹ ਮੈਨੇਜਮੈਂਟ ਨੂੰ ਕਰਨੇ ਦਾ ਕੀ ਆ ਜਾਂਦਾ ਜੀ ਗੁਣ ਆ ਜਾਂਦਾ। ਇਸ ਕਰਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਮਤਲਬ ਕਿਹਾ ਜੀ ਜਿਹੜੀ ਮਤਲਬ ਮੈਨੇਜਮੈਂਟ ਆ ਉਹ ਕਿਹਾ ਜੀ ਇੱਕ ਆਰਟ ਵੀ ਆ। ਠੀਕ ਨਾ।
ਦੂਜੇ ਨੰਬਰ 'ਤੇ ਹੈਗਾ ਬੇਟਾ ਮੈਨੇਜਮੈਂਟ ਐਜ਼ ਏ ਸਾਇੰਸ, ਠੀਕ ਹੈ ਨਾ। ਤੇ ਉਹਦੇ ਬੇਟਾ ਸਾਨੂੰ ਪਹਿਲੇ ਨੰਬਰ 'ਤੇ ਪਤਾ ਹੋਣਾ ਚਾਹੀਦਾ ਸਾਇੰਸ, ਵਾਟ ਇਜ਼ ਸਾਇੰਸ ਕੀ ਹੁੰਦੀ ਆ ਬੇਟਾ। ਸਾਇੰਸ ਇਜ਼ ਏ ਸਿਸਟਮੈਟਿਕਲੀ ਬੋਡੀ ਆਫ ਨੌਲੇਜ, ਪਲੱਸ ਕਿਹਾ ਜੀ ਹੈ ਨਾ ਜਿਹੜੀ ਸਾਇੰਸ ਹੁੰਦੀ ਆ ਕਿਸੇ ਵੀ ਚੀਜ਼ ਬਾਰੇ ਸਿਸਟਮੈਟਿਕਲੀ ਨੌਲੇਜ ਹੁੰਦੀ ਆ। ਸਿਸਟਮੈਟਿਕ ਨੌਲੇਜ ਦਾ ਮਤਲਬ ਹੈ ਜੀ ਕਿ ਇੱਕ ਜਗ੍ਹਾ ਤੋਂ ਹੋ ਕੇ ਦੂਜੀ ਜਗ੍ਹਾ ਤੱਕ, ਮਤਲਬ ਇੱਕ ਸਿਸਟਮੈਟਿਕਲੀ, ਆਪਾਂ ਇਹ ਨਹੀਂ ਹੈਗਾ ਕਿ ਜਿੱਦਾਂ ਮਰਜ਼ੀ ਪੜ੍ਹੀਏ, ਇੱਕ ਸਿਸਟਮੈਟਿਕਲੀ ਪੜ੍ਹਨਾ, ਠੀਕ ਨਾ। ਤੇ ਉਹਦੇ ਬਾਰੇ ਜਿਹੜੀ ਨੌਲੇਜ ਹੁੰਦੀ ਹੈ ਜਿਹਦੇ ਵਿੱਚ ਆਪਾਂ ਕਈ ਤਰ੍ਹਾਂ ਦੀਆਂ ਯੂਨੀਵਰਸਲ ਐਪਲੀਕੇਸ਼ਨ ਹੁੰਦੀ, ਯਾਨੀ ਕਿ ਜਿਹੜੀ ਇੱਕ ਗੱਲ ਕਹਿ ਦੇਣੀ ਹੈ ਨਾ ਕਦੇ ਇੱਕ ਜਗ੍ਹਾ ਅਪਲਾਈ ਨਹੀਂ ਹੋਣੀ, ਹਰੇਕ ਜਗ੍ਹਾ ਅਪਲਾਈ ਹੋਣੀ ਆ, ਠੀਕ ਹੈ ਨਾ। ਹੁਣ ਇਹਦੇ ਫੀਚਰ ਵਿੱਚ ਪਹਿਲੇ ਨੰਬਰ 'ਤੇ ਹੈਗਾ ਸਿਸਟਮੈਟਿਕ ਨੌਲੇਜ ਆਫ ਕਿਆ ਜੀ, ਮਤਲਬ ਬੋਡੀ, ਪਲੱਸ ਕਿਆ ਜੀ ਜਿਹੜਾ ਵੀ ਕੰਮ ਕਰਨਾ ਉਹਦੇ ਵਿੱਚ ਸਿਸਟਮੈਟਿਕਲੀ ਆਪਾਂ ਕੀ ਕਰਨੀ ਹੈ ਜੀ, ਇੱਕ ਨੌਲੇਜ ਇਕੱਠੀ ਕਰਨੀ ਹੈ, ਠੀਕ ਨਾ, ਉਹਨੂੰ ਪੂਰਾ ਸਟੱਡੀ ਕਰਨਾ ਹੈ। ਦੂਜੇ ਨੰਬਰ 'ਤੇ ਬੇਟਾ ਹੁੰਦਾ ਹੈਗਾ ਪ੍ਰਿੰਸੀਪਲ ਬੇਸਡ ਔਨ ਐਕਸਪੈਰੀਮੈਂਟ, ਪਲੱਸ ਕਿਆ ਜੀ ਇਹਦੇ ਵਿੱਚ ਜੋ ਵੀ ਲਾ ਦਿੱਤਾ ਹੈ, ਜੋ ਵੀ ਮਤਲਬ ਆਪਾਂ ਕੋਈ ਸਿਧਾਂਤ ਦੇਣਾ ਆ ਉਹ ਐਕਸਪੈਰੀਮੈਂਟ ਦੇ ਬੇਸ 'ਤੇ ਹੋਣਾ, ਠੀਕ ਨਾ। ਕਾਹਦੇ ਬੇਸ 'ਤੇ ਹੋਣਾ ਜੀ, ਐਕਸਪੈਰੀਮੈਂਟ ਦੇ ਬੇਸ, ਇਹ ਨਹੀਂ ਹੈਗਾ ਮੂੰਹ ਜਵਾਨੀ ਦੇ ਦੇਣਾ। ਦੂਜੇ ਨੰਬਰ 'ਤੇ ਹੈਗਾ ਬੇਟਾ ਕਿ ਜਿਹੜਾ ਮਤਲਬ ਕਿ ਯੂਨੀਵਰਸਲ ਹੋਣਾ, ਯੂਨੀਵਰਸਲ ਮਤਲਬ ਕਿ ਜੀ ਕਿ ਉਹ ਇਹ ਨਹੀਂ ਹੋਣਾ ਕਿ ਇੱਕ ਜਗ੍ਹਾ 'ਤੇ ਲਾਗੂ ਹੋਊਗਾ, ਠੀਕ ਨਾ, ਕਿ ਮਤਲਬ ਕਾਹਤੇ ਹੋਊਗਾ ਜੀ, ਉਹ ਇੱਕ ਜਗ੍ਹਾ 'ਤੇ ਲਾਗੂ ਹੋਊਗਾ। ਉਹ ਕੀ ਹੋਣਾ ਜੀ, ਹਰੇਕ ਜਗ੍ਹਾ 'ਤੇ ਯੂਨੀਵਰਸ ਦੇ ਵਿੱਚ ਜਿੱਥੇ ਮਰਜ਼ੀ ਚਾਹੀਏ ਉੱਥੇ ਕੀ ਹੋਣਾ ਜੀ, ਉਹ ਚੀਜ਼ ਅਪਲਾਈ ਹੋਣੀ ਆ, ਠੀਕ ਨਾ। ਔਰ ਬੇਟਾ ਇਸੇ ਤਰ੍ਹਾਂ ਕਹਿ ਸਕਦੇ ਆ ਕਿ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਕਿਹਾ ਜੀ ਸਿਸਟਮੈਟਿਕਲੀ ਸਟੱਡੀ ਵੀ ਹੁੰਦੀ ਆ, ਪਲੱਸ ਕਿਹਾ ਜੀ ਕੁਝ ਪ੍ਰਿੰਸੀਪਲ ਜਿਹੜੇ ਹੁੰਦੇ ਆ ਐਕਸਪੈਰੀਮੈਂਟ ਦੇ ਬੇਸ 'ਤੇ ਦਿੰਦੇ ਆ, ਪਲੱਸ ਜਿਹੜੇ ਜ਼ਿਆਦਾਤਰ ਮੈਨੇਜਮੈਂਟ ਦੇ ਵਿੱਚ ਆਪਾਂ ਰੂਲ ਦਿੰਦੇ ਆ ਨਾ ਉਹ ਯੂਨੀਵਰਸਲ ਤੌਰ 'ਤੇ ਮਤਲਬ ਹਰੇਕ ਜਗ੍ਹਾ 'ਤੇ ਉਹ ਅਪਲਾਈ ਹੁੰਦੀ ਆ, ਠੀਕ ਨਾ। ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਮਤਲਬ ਸਾਡੇ ਕੋਲ ਹੈ ਨਾ ਮਤਲਬ ਕਿ ਜਿਹੜੀ ਮੈਨੇਜਮੈਂਟ ਆ ਉਹਨੂੰ ਆਪਾਂ ਐਜ਼ ਏ ਸਾਇੰਸ ਵੀ ਕਹਿ ਸਕਦੇ ਹਾਂ, ਠੀਕ ਹੈ ਨਾ। ਕਿ ਮਤਲਬ ਕਹਿ ਦਈਏ ਕਿ ਜਿਹੜੇ ਮਤਲਬ ਸਾਇੰਸ ਵਾਲੇ ਕੁਝ ਗੁਣ ਵਾ ਉਹ ਕਾਹਦੇ ਵਿੱਚ ਪਾਏ ਜਾਂਦੇ ਆ, ਮੈਨੇਜਮੈਂਟ ਦੇ ਵਿੱਚ ਪਾਏ ਜਾਂਦੇ ਆ। ਇਸ ਕਰਕੇ ਜਿਹੜੀ ਮੈਨੇਜਮੈਂਟ ਆ ਉਹ ਕਹਿ ਦੀ ਸਾਡੀ ਸਾਇੰਸ ਵੀ ਹੁੰਦੀ ਆ, ਠੀਕ ਨਾ, ਉਹਨੂੰ ਅਸੀਂ ਸਾਇੰਸ ਵੀ ਮੰਨ ਸਕਦੇ ਹਾਂ, ਠੀਕ ਨਾ। ਅੱਗੇ ਬੇਟਾ ਹੈਗਾ ਮੈਨੇਜਮੈਂਟ ਐਜ਼ ਏ ਪ੍ਰੋਫੈਸ਼ਨ, ਠੀਕ ਨਾ। ਔਰ ਬੇਟਾ ਪਹਿਲੇ ਨੰਬਰ 'ਤੇ ਸਾਨੂੰ ਪਤਾ ਹੋਣਾ ਚਾਹੀਦਾ ਪ੍ਰੋਫੈਸ਼ਨ ਕੀ ਹੈ, ਤਦੇ ਆਪਾਂ ਕੰਪੇਅਰ ਕਰਾਂਗੇ। ਬੇਟਾ ਪ੍ਰੋਫੈਸ਼ਨ ਆਪਾਂ ਕਹਿ ਸਕਦੇ ਹਾਂ ਨਾ ਕਿ ਪ੍ਰੋਫੈਸ਼ਨ ਇਜ਼ ਏ ਵੈਲ ਡਿਫਾਈਨਡ ਸਿਸਟਮੈਟਿਕਲੀ ਬੋਡੀ ਆਫ ਨੌਲੇਜ, ਠੀਕ ਨਾ। ਕਿ ਪਲੱਸ ਕਿਹਾ ਜੀ ਕਿ ਕਿਸੇ ਵੀ ਚੀਜ਼ ਦੀ ਸਿਸਟਮੈਟਿਕਲੀ ਨੌਲੇਜ ਹੁੰਦੀ ਆ, ਪਲੱਸ ਆਪਾਂ ਕਹਿ ਸਕਦੇ ਹਾਂ ਕਿ ਮੰਨ ਲਓ ਕਿਸੇ ਵੀ ਚੀਜ਼ ਨਾਲ ਰਿਲੇਟਡ ਨੌਲੇਜ ਜਿਹੜੀ ਆਪਾਂ ਕਿਸੇ, ਠੀਕ ਹੈ, ਲੀਗਲ ਇੰਸਟੀਟਿਊਟ ਤੋਂ ਪ੍ਰਾਪਤ ਕਰਦੇ ਹਾਂ। ਜਿੱਦਾਂ ਡਾਕਟਰ ਬਣਾਉਣ ਲਈ ਡਾਕਟਰ ਆਪਾਂ ਬਣਦੇ ਹਾਂ, ਡਾਕਟਰ ਇਹ ਨਹੀਂ ਕਿ ਬੰਦਾ ਜਿੱਥੋਂ ਮਰਜ਼ੀ ਡਾਕਟਰੀ ਕਰਕੇ, ਉਹਨੂੰ ਇੱਕ ਪਾਰਟੀਕੂਲਰ ਕਿਹਾ ਜੀ ਉਹਨੇ ਦਿੱਤੀ ਹੋ ਇੰਸਟੀਟਿਊਟ ਕਿ ਤੁਸੀਂ ਉੱਥੋਂ ਕੋਰਸ ਕਰੋਗੇ ਤਦੇ ਹੀ ਤੁਸੀਂ ਪ੍ਰੋਫੈਸ਼ਨਲ ਗਿਣੇ ਜਾਓਗੇ, ਠੀਕ ਨਾ। ਕਿ ਜੇ ਤੁਸੀਂ CA ਬਣਨਾ ਆ ਤਾਂ ਸਾਨੂੰ ਚਾਰਟਰਡ ਅਕਾਊਂਟੈਂਟ ਦਾ ਕੀ ਕਰਨਾ ਪੈਣਾ ਜੀ, ਕੋਰਸ ਕਰਨਾ ਪੈਣਾ ਆ, ਠੀਕ ਨਾ। ਕਿ ਪਲੱਸ ਕਿ ਜੀ ਕੋਈ ਵੀ ਪ੍ਰੋਫੈਸ਼ਨ ਐਸੋਸੀਏਸ਼ਨ ਹੁੰਦੀ ਆ, ਠੀਕ ਨਾ। ਕਿ ਮਤਲਬ ਇੱਕ ਤਾਂ ਸਾਨੂੰ ਕੀ ਹੋਣੀ ਚਾਹੀਦੀ ਹੈ ਜੀ, ਨੌਲੇਜ ਹੋਣੀ ਚਾਹੀਦੀ ਆ, ਪਲੱਸ ਕਿਸੇ ਵੀ ਪ੍ਰੋਫੈਸ਼ਨ ਐਸੋਸੀਏਸ਼ਨ ਤੋਂ ਤੁਸੀਂ ਕੀ ਲੈਣੀ ਹੋਣੀ ਚਾਹੀਦੀ ਹੈ ਜੀ, ਕਿ ਪਲੱਸ ਕਿ ਤੁਹਾਨੂੰ ਮੰਨ ਲਓ ਤੁਸੀਂ ਕੋਰਸ ਕੀਤਾ ਹੋਵੇ, ਠੀਕ ਨਾ। ਅੱਗੇ ਵੇਦਾ ਐਥੈਟੀਕਲ ਕੋਡ ਆਫ ਕੰਡਕਟ, ਪਲੱਸ ਕਿਹਾ ਜੀ ਉਸ ਹਰੇਕ ਪ੍ਰੋਫੈਸ਼ਨ ਦੇ ਵਿੱਚ ਇੱਕ ਐਥੈਟੀਕਲ ਕੋਡ ਆਫ ਕੰਡਕਟ ਹੁੰਦਾ, ਜਿੱਦਾਂ ਲਾ ਵਾਲਿਆਂ ਦਾ ਅਲੱਗ ਮਤਲਬ ਰੂਲ ਹੁੰਦੇ ਆ, ਡਾਕਟਰੀ ਦੇ ਅਲੱਗ ਰੂਲ ਹੁੰਦੇ ਆ, ਚਾਰਟਰਡ ਅਕਾਊਂਟੈਂਟ ਦੇ ਅਲੱਗ। ਪਲੱਸ ਤੀਜੇ ਉਹ ਤੋਂ ਅੱਗੇ ਹੈਗਾ ਜੀ ਸਰਵਿਸ ਮੋਟਿਵ, ਠੀਕ ਨਾ। ਕਿ ਇਹਦੇ ਵਿੱਚ ਜਿਹੜਾ ਹੈ ਨਾ ਮੰਨ ਲਓ ਜਿਹੜਾ ਮਤਲਬ ਪ੍ਰੋਫੈਸ਼ਨਲ ਹੁੰਦਾ ਉਹਦਾ ਮੇਨ ਮੋਟਿਵ ਹੁੰਦਾ ਲੋਕਾਂ ਨੂੰ ਸਰਵਿਸ ਦੇਣੀ, ਠੀਕ ਨਾ। ਕਿ ਉਹ ਲੋਕਾਂ ਨੂੰ ਕਹਿੰਦੀ ਸਰਵਿਸ ਦੇਣੀ ਆ ਕਿ ਜਿਹਦੇ ਨਾਲ ਕਿਹਾ ਜੀ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਬੈਨੀਫਿਟ ਪਹੁੰਚਾਇਆ ਸਕੇ ਜਾਂ ਉਹਨਾਂ ਦੀ ਪ੍ਰੋਬਲਮ ਨੂੰ ਹੱਲ ਕੀਤਾ ਜਾ ਸਕੇ, ਠੀਕ ਹੈ। ਲਾਇਰ ਆ ਉਹਨੇ ਵਕਾਲਤ ਕਰਨੀ ਹੈ, ਡਾਕਟਰ ਆ ਉਹਨੇ ਡਾਕਟਰੀ ਕਰਨੀ, ਠੀਕ ਹੈ ਨਾ। ਕਿ ਪਲੱਸ ਕਿਹਾ ਜੀ ਅੱਗੇ ਬੇਟਾ ਹੈਗਾ ਕਿ ਮੰਨ ਲਓ ਮੈਨੇਜਮੈਂਟ ਤੇ ਪਲੱਸ ਕਿਹਾ ਜੀ ਪ੍ਰੋਫੈਸ਼ਨ ਦੇ ਵਿੱਚ ਕੀ ਹੈ ਜੀ, ਪਹਿਲੇ ਨੰਬਰ 'ਤੇ ਆ ਵੈਲ ਡਿਫਾਈਨਡ ਬੋਡੀ ਆਫ ਨੌਲੇਜ। ਪਹਿਲੇ ਨੰਬਰ 'ਤੇ ਕਿਹਾ ਜੀ ਕਿ ਜਿੱਦਾਂ ਨਾ ਮਤਲਬ ਪ੍ਰੋਫੈਸ਼ਨ ਦੇ ਵਿੱਚ ਡਾਕਟਰੀ ਨੂੰ ਆਪਣੀ ਪੂਰੀ ਨੌਲੇਜ ਹੁੰਦੀ ਆ, ਇਸੇ ਤਰ੍ਹਾਂ ਮੈਨੇਜਮੈਂਟ ਦੇ ਵਿੱਚ ਵੀ ਕੀ ਹੁੰਦੀ ਹੈ ਜੀ, ਉਹਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਠੀਕ ਹੈ। ਦੂਜੇ ਨੰਬਰ 'ਤੇ ਰਿਸਟ੍ਰਿਕਟਡ ਐਂਟਰੀ, ਪ੍ਰੋਫੈਸ਼ਨ ਦੇ ਵਿੱਚ ਜਿਹੜੀ ਹਰੇਕ ਬੰਦਾ ਪ੍ਰੋਫੈਸ਼ਨ ਵਿੱਚ ਨਹੀਂ ਆ ਸਕਦਾ, ਰਿਸਟ੍ਰਿਕਟਡ ਬੰਦੇ ਹੁੰਦੇ ਆ, ਕੁਛ ਉਹਨਾਂ ਨੂੰ ਆਪਣਾ ਕੀ ਕਰਨਾ ਪੈਂਦਾ ਜੀ, ਇੰਟਰੇਸਟ ਦੇਣਾ ਪੈਣਾ। ਲੇਕਿਨ ਮੈਨੇਜਮੈਂਟ ਦੇ ਵਿੱਚ ਕੋਈ ਵੀ ਆ ਸਕਦਾ, ਠੀਕ ਨਾ। ਲੇਕਿਨ ਪ੍ਰੋਫੈਸ਼ਨ ਦੇ ਵਿੱਚ ਇੱਕ ਹੁੰਦਾ ਪ੍ਰੋਫੈਸ਼ਨ ਐਸੋਸੀਏਸ਼ਨ, ਕਿ ਪਲੱਸ ਕਿ ਜਿਹਦਾ ਡਾਕਟਰੀ ਦਾ MBBS ਕਰਾਉਂਦੇ ਆ, ਲਾਇਰ ਦਾ LLB ਕਰਨੀ ਪੈਂਦੀ। ਮੈਨੇਜਮੈਂਟ ਲਈ ਕੋਈ ਇੱਦਾਂ ਦਾ ਨਹੀਂ ਹੈਗਾ, ਕੋਈ ਵੀ ਮਤਲਬ ਆ ਸਕਦਾ, ਠੀਕ ਨਾ। ਜੇ ਕੋਈ ਮੰਨ ਲਓ ਕੋਈ ਫੋਰਮੈਨ ਆ ਉਹ ਵੀ ਮੈਨੇਜਮੈਂਟ ਵਿੱਚ ਆ ਸਕਦਾ, ਕਿਸ ਤਰ੍ਹਾਂ ਦੀ ਇੰਸਟਰਕਸ਼ਨ ਨਹੀਂ ਹੁੰਦੀਆਂ, ਠੀਕ ਨਾ। ਮਤਲਬ ਮੇਨ ਆਪਾਂ ਇਹ ਕਹਿ ਸਕਦੇ ਹਾਂ ਕਿ ਪਲੱਸ ਕਿਹਾ ਜੀ ਕਿ ਜਿਹੜਾ ਨਾ ਇਹਦਾ ਪ੍ਰੋਫੈਸ਼ਨ ਦੇ ਵਿੱਚ ਸਰਵਿਸ ਮੋਟਿਵ ਹੁੰਦਾ ਆ, ਠੀਕ ਨਾ। ਤਾਂ ਲੇਕਿਨ ਜਿਹੜੀ ਮੈਨੇਜਮੈਂਟ ਆ ਉਹਦੇ ਵਿੱਚ ਜ਼ਰੂਰੀ ਨਹੀਂ ਸਰਵਿਸ ਮੋਟਿਵ ਹੁੰਦਾ। ਮੈਨੇਜਮੈਂਟ ਮੇਨ ਹੁੰਦਾ ਆ ਕਿ ਆਪਣੇ ਕਿਹਾ ਜੀ ਕੰਮ ਨੂੰ ਜਿਹੜਾ ਆਰਗੇਨਾਈਜੇਸ਼ਨ ਆ ਉਹਨੂੰ ਮੈਨੇਜ ਕਰਨਾ, ਠੀਕ ਨਾ। ਪਲੱਸ ਕਿਹਾ ਜੀ ਕਿ ਜਿਹੜਾ ਉਹਦਾ ਪ੍ਰੋਫਿਟ ਹੁੰਦਾ ਉਹਨੂੰ ਇੰਪਰੂਵ ਕਰਨਾ, ਨਾ ਕਿ ਇਹ ਹੁੰਦਾ ਆ ਕਿ ਅਸੀਂ ਸਰਵਿਸ ਦੇਣੀ ਉਹਨਾਂ ਨੂੰ, ਠੀਕ ਨਾ। ਯਾਨੀ ਕਿ ਬੇਟਾ ਮੇਨ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਨਾ ਪ੍ਰੋਫੈਸ਼ਨ ਵਾਲੇ ਕੁਝ ਸਾਡੇ, ਠੀਕ ਨਾ, ਕਰੈਕਟਰਿਸਟਿਕਸ ਆ ਜਾਂ ਫੀਚਰ ਆ ਉਹ ਸਾਡੇ ਮੈਨੇਜਮੈਂਟ ਦੇ ਵਿੱਚ ਪਾਏ ਨਹੀਂ ਜਾਂਦੇ। ਇਸ ਕਰਕੇ ਜਿਹੜੀ ਸਾਡੀ ਮੈਨੇਜਮੈਂਟ ਹੁੰਦੀ ਆ ਉਹ ਇੱਕ ਪ੍ਰੋਫੈਸ਼ਨ ਨਹੀਂ ਹੈਗੀ,
ਠੀਕ ਨਾ। ਪਰ ਇਦਾਂ ਹੈਗਾ ਜਿਹੜੀ ਮੈਨੇਜਮੈਂਟ ਪ੍ਰੋਫੈਸ਼ਨ ਆ, ਠੀਕ ਨਾ, ਐਜ਼ ਏ ਮੈਨੇਜਮੈਂਟ, ਉਹ ਮੈਨੇਜਮੈਂਟ ਨੂੰ ਇੰਪਰੂਵ ਕਰਨ ਲਈ ਵਧੀਆ ਹੈ, ਠੀਕ ਨਾ। ਅੱਗੇ ਬੇਟਾ ਹੈਗਾ ਤੁਹਾਡਾ ਲੈਵਲ ਆਫ ਮੈਨੇਜਮੈਂਟ, ਠੀਕ ਨਾ, ਕਿ ਮੰਨ ਲਓ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਮੈਨੇਜਮੈਂਟ ਹੁੰਦੀ ਆ ਉਹ ਕਿੰਨੇ ਲੈਵਲ ਦੀ ਹੁੰਦੀ ਆ, ਠੀਕ ਨਾ। ਮੇਨ ਕਰਕੇ ਬੇਟਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਜਿਹੜੀ ਮੈਨੇਜਮੈਂਟ ਹੁੰਦੀ ਹੈ ਨਾ, ਉਹਦੇ 3 ਲੈਵਲ ਹੁੰਦੇ, ਠੀਕ ਨਾ। ਇੱਕ ਹੁੰਦੀ ਹੈਗੀ ਸਾਡੇ ਕੋਲ ਟੌਪ ਲੈਵਲ ਮੈਨੇਜਮੈਂਟ, ਠੀਕ ਨਾ। ਇੱਕ ਹੁੰਦੀ ਹੈਗੀ ਮਿਡਲ ਮੈਨੇਜਮੈਂਟ, ਠੀਕ ਨਾ। ਇੱਕ ਹੁੰਦੀ ਹੈਗੀ ਸਾਡੇ ਕੋਲ ਓਪਰੇਸ਼ਨਲ ਮੈਨੇਜਮੈਂਟ ਜਾਂ ਕਹਿ ਜੀ ਲੋਅਰ ਮੈਨੇਜਮੈਂਟ ਵੀ ਆਪਾਂ ਕਹਿ ਦਿੰਦੇ ਹਾਂ, ਠੀਕ ਹੈ ਨਾ। ਕਿ ਸਭ ਤੋਂ ਉੱਪਰ ਟੌਪ ਮੈਨੇਜਮੈਂਟ, ਫਿਰ ਮਿਡਲ ਮੈਨੇਜਮੈਂਟ, ਫਿਰ ਕਿਹੜੀ ਹੈ ਜੀ ਓਪਰੇਸ਼ਨਲ ਮੈਨੇਜਮੈਂਟ, ਠੀਕ ਨਾ। ਇਹ ਸਾਡੇ ਕਿਹਾ ਜੀ ਮੈਨੇਜਮੈਂਟ ਦੇ 3 ਹੁੰਦੀ ਆ। ਸਭ ਤੋਂ ਪਹਿਲਾਂ ਟੌਪ ਲੈਵਲ ਦੇ ਵਿੱਚ ਬੇਟਾ ਉਹ ਸਾਡੀ ਮੈਨੇਜਮੈਂਟ ਆ ਜਾਂਦੀ ਸਭ ਤੋਂ ਉੱਪਰ ਹੁੰਦੀ ਆ, ਜਿਹੜੇ ਕਿਹਾ ਜੀ ਮੇਨ ਆਪਾਂ ਕਹਿ ਸਕਦੇ ਹਾਂ ਬਿਜ਼ਨਸ ਦੇ ਮਤਲਬ ਓਨਰ ਹੁੰਦੇ, ਮਾਲਕ ਹੁੰਦੇ, ਠੀਕ ਨਾ। ਜਿਹਦੇ ਵਿੱਚ ਚੇਅਰਮੈਨ ਆ ਗਿਆ, ਚੀਫ ਐਗਜ਼ੀਕਿਊਟਿਵ ਹੋ ਗਿਆ, ਆਫਿਸਰ ਆ ਗਿਆ, ਸਾਰੇ, ਠੀਕ ਨਾ। ਇਹਨਾਂ ਦਾ ਮੇਨ ਕੰਮ ਕੀ ਹੁੰਦਾ, ਬਿਜ਼ਨਸ ਨੂੰ ਚਲਾਉਣਾ, ਮੇਨ ਬਿਜ਼ਨਸ ਲਈ, ਠੀਕ ਨਾ। ਇਹਨਾਂ ਦੇ ਫੰਕਸ਼ਨ ਕੀ ਹੁੰਦੇ, ਕੋਆਰਡੀਨੇਸ਼ਨ ਦੀ ਐਕਟੀਵਿਟੀ ਆਫ ਦੀ ਡਿਫਰੈਂਟ ਡਿਪਾਰਟਮੈਂਟ, ਅਲੱਗ-ਅਲੱਗ ਡਿਪਾਰਟਮੈਂਟ ਦੀਆਂ ਐਕਟੀਵਿਟੀਆਂ ਵਿੱਚ ਕੋਆਰਡੀਨੇਸ਼ਨ, ਐਨਾਲਾਈਜ਼ ਦੀ ਬਿਜ਼ਨਸ ਇਨਵਾਇਰਮੈਂਟ, ਬਿਜ਼ਨਸ ਨੂੰ ਇਨਵਾਇਰਮੈਂਟ ਜਿਹੜਾ ਬਿਜ਼ਨਸ ਇਨਵਾਇਰਮੈਂਟ ਆ ਉਹਨੂੰ ਐਨਾਲਾਈਜ਼ ਕਰਨਾ, ਉਹਲੇ ਕੀ ਹੈ ਜੀ ਬਿਜ਼ਨਸ ਦੇ ਗੋਲ ਨਿਰਧਾਰਿਤ ਕਰਨੇ ਆ, ਠੀਕ ਨਾ ਜੀ। ਪਲੱਸ ਕਿਆ ਜੀ ਕੰਟਰੋਲ ਕਰਨਾ ਪਰਫੋਰਮੈਂਸ, ਜਿਹੜੀ ਇੰਪਲਾਈ ਦੀ ਮਤਲਬ ਪਰਫੋਰਮੈਂਸ ਹੁੰਦੀ ਉਹਨੂੰ ਕੰਟਰੋਲ ਕਰਨਾ। ਯਾਨੀ ਕਿ ਜਿਹੜੇ ਟੌਪ ਲੈਵਲ ਦੀ ਯਾਨੀ ਕਿ ਜੋ ਵੀ ਪੋਲਿਸੀ ਬਣਾਉਣੀ, ਜੋ ਵੀ ਬਿਜ਼ਨਸ ਰਿਲੇਟਡ ਡਿਸੀਜਨ ਲੈਣੇ, ਇਹ ਨਹੀਂ ਲੈਣੇ ਹੁੰਦੇ। ਅੱਗੇ ਬੇਟਾ ਹੁੰਦਾ ਮਿਡਲ ਮੈਨੇਜਮੈਂਟ। ਮਿਡਲ ਮੈਨੇਜਮੈਂਟ ਉਹ ਮੈਨੇਜਮੈਂਟ ਹੁੰਦੀ ਆ ਜਿਹਨੀ ਟੌਪ ਲੈਵਲ ਮੈਨੇਜਮੈਂਟ ਤੇ ਪਲੱਸ ਕਿਆ ਜੀ ਲੋਅਰ ਲੈਵਲ ਮੈਨੇਜਮੈਂਟ ਦੇ ਵਿੱਚ ਕਿਆ ਹੁੰਦੀ ਆ ਜੀ ਲਿੰਕ ਕ੍ਰੀਏਟ ਕਰਦਾ। ਯਾਨੀ ਕਿ ਜੋ ਵੀ ਟੌਪ ਲੈਵਲ ਨੇ ਮੈਨੇਜਮੈਂਟ ਨੇ ਪੋਲਿਸੀਆਂ ਬਣਾਉਣੀਆਂ ਆ ਉਹਨਾਂ ਨੂੰ ਅਪਲਾਈ ਕਿਹਨੇ ਕਰਾਉਣਾ ਹੈ, ਥੱਲੇ ਜੀ ਮਿਡਲ ਮੈਨੇਜਮੈਂਟ ਨੇ। ਔਰ ਇਹਦੇ ਫੰਕਸ਼ਨ ਕਿਹੜੇ ਹੁੰਦੇ ਆ, ਇੰਪਲੀਮੈਂਟਿੰਗ ਦੀ ਪਲਾਨ, ਪਲੱਸ ਕਿਆ ਜੀ ਜੋ ਵੀ ਟੌਪ ਲੈਵਲ ਨੇ ਮਤਲਬ ਪਲਾਨ ਬਣਾਉਣੇ ਆ ਉਹਨੂੰ ਇੰਪਲੀਮੈਂਟ ਕਰਨਾ ਆ, ਠੀਕ ਨਾ। ਪਲੱਸ ਕਿਆ ਜੀ ਕਿ ਮੰਨ ਲਓ ਜੋ ਵੀ ਪਲਾਨ ਦੇ ਪੋਲਿਸੀ ਹੋਣੇ ਆ ਲੋਅਰ ਲੈਵਲ ਮੈਨੇਜਮੈਂਟ ਲਈ ਕਿਆ ਕਰਨਾ ਹੈ ਜੀ ਡਿਸਕ੍ਰਾਈਬ ਕਰਨੀ ਹੈ, ਠੀਕ ਨਾ। ਕਿ ਮਤਲਬ ਉਹਨਾਂ ਦਾ ਕੰਮ ਉਹਦੇ ਮੁਤਾਬਕ ਕਰਾਉਣਾ, ਉਹਨਾਂ ਨੂੰ ਅਸੀਂ ਕਿਹਾ ਜੀ ਐਗਜ਼ੀਕਿਊਟ ਕਰਨਾ, ਠੀਕ ਨਾ। ਅੱਗੇ ਬੇਟਾ ਹੈਗਾ ਸੁਪਰਵਾਈਜ਼ਰ ਜਾਂ ਓਪਰੇਸ਼ਨ ਮੈਨੇਜਮੈਂਟ, ਠੀਕ ਨਾ। ਇਹ ਬੇਟਾ ਮੈਨੇਜਮੈਂਟ ਉਹ ਹੁੰਦੀ ਆ ਜਿਹਨੀ ਮਤਲਬ ਕਿਹਾ ਜੀ ਜੋ ਵੀ ਉੱਪਰ ਪੋਲਿਸੀਆਂ ਬਣਾਈਆਂ ਆ ਉਹਦੇ ਮੁਤਾਬਕ ਉਹਨੂੰ ਅਸਲੀ ਓਪਰੇਸ਼ਨ ਦੇ ਵਿੱਚ ਲਿਆਉਣਾ, ਠੀਕ ਨਾ। ਕਿ ਮਤਲਬ ਉਹਦੇ ਮੁਤਾਬਕ ਉਹਨਾਂ ਨੂੰ ਅਪਲਾਈ ਕਰਨਾ, ਉਹਨਾਂ ਦੇ ਮੁਤਾਬਕ ਕੰਮ ਕਰਨਾ, ਠੀਕ ਨਾ। ਅੱਗੇ ਬੇਟਾ ਇਹਦੇ ਫੰਕਸ਼ਨ ਹੁੰਦੇ ਆ, ਫੰਕਸ਼ਨ ਆਫ ਲੋਅਰ ਲੈਵਲ ਮੈਨੇਜਮੈਂਟ ਦੇ ਕੀ ਆ, ਕਹਿੰਦਾ ਅਸਾਈਨਿੰਗ ਟਾਸਕ ਟੂ ਇੰਪਲਾਈ, ਪਲੱਸ ਕਿ ਜਿਹੜੇ ਇੰਪਲਾਈ ਹੁੰਦੇ ਉਹਨਾਂ ਨੂੰ ਟਾਸਕ ਦੇ, ਠੀਕ ਨਾ। ਤੇ ਉਹਨਾਂ ਨੂੰ ਗਾਈਡ ਕਰਨਾ, ਸੁਪਰਵਾਈਜ਼ ਕਰਨਾ ਕਿ ਭਾਈ ਤੁਸੀਂ ਇੱਦਾਂ ਕੰਮ ਕਰੋ, ਠੀਕ ਨਾ। ਕਿ ਪਲੱਸ ਕਿ ਜੀ ਇਹ ਇਨਸ਼ੋਰ ਕਰਨਾ ਕਿ ਜਿਹੜੀ ਗੁੱਡਸ ਦੀ ਪ੍ਰੋਡਕਸ਼ਨ ਦੀ ਕੁਆਲਿਟੀ ਹੋਵੇ ਉਹ ਕੀ ਹੋਵੇ ਜੀ ਵਧੀਆ ਹੋਵੇ, ਠੀਕ ਹੈ ਨਾ। ਇੰਪਲਾਈ ਦੀ ਪ੍ਰੋਬਲਮ ਨੂੰ ਕੀ ਕਰਨਾ ਜੀ ਹੱਲ ਕਰਨਾ, ਠੀਕ ਨਾ। ਅੱਗੇ ਬੇਟਾ ਹੈਗਾ ਤੁਹਾਡੇ ਫੰਕਸ਼ਨ ਆਫ ਮੈਨੇਜਮੈਂਟ, ਮਤਲਬ ਮੈਨੇਜਮੈਂਟ ਦੇ ਫੰਕਸ਼ਨ ਕੀ ਆ, ਠੀਕ ਨਾ। ਬੇਟਾ ਮੈਨੇਜਮੈਂਟ ਦੇ ਜਿਹੜੇ ਮੇਨ ਫੰਕਸ਼ਨ ਹੁੰਦੇ ਉਹ ਹੁੰਦੇ ਵਿੱਚ ਪਲੈਨਿੰਗ ਹੋ ਗਿਆ, ਆਰਗੇਨਾਈਜ਼, ਸਟਾਫਿੰਗ, ਡਾਇਰੈਕਟਿੰਗ ਤੇ ਕੰਟਰੋਲਿੰਗ ਆ ਜਾਂਦਾ, ਠੀਕ ਹੈ ਨਾ। ਜਿਹਨਾਂ ਸਭ ਤੋਂ ਪਹਿਲਾਂ ਹੈਗਾ ਜੀ ਪਲੈਨਿੰਗ, ਠੀਕ ਨਾ। ਪਲੈਨਿੰਗ ਦੇ ਵਿੱਚ ਬੇਟਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਬਿਜ਼ਨਸ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਮੈਨੇਜਮੈਂਟ ਦੇ ਵਿੱਚ ਕਿ ਅਸੀਂ ਫਿਊਚਰ ਦੇ ਵਿੱਚ ਕਿਹੜਾ ਕੰਮ ਕਰਨਾ ਆ, ਕਦੋਂ ਕਰਨਾ ਤੇ ਕਿਹਨੇ ਕਰਨਾ ਤੇ ਕਿੱਦਾਂ ਕਰਨਾ ਹੈ, ਠੀਕ ਹੈ ਨਾ। ਮੰਨ ਲਓ ਇਹ ਡਿਸਾਈਡ ਕੀਤਾ ਜਾਂਦਾ, ਫਿਊਚਰ ਦੀ ਪਲੈਨਿੰਗ ਬਣਾਈ ਜਾਂਦੀ, ਫਿਊਚਰ ਬਾਰੇ ਪੋਲਿਸੀ ਡਿਸਾਈਡ ਕੀਤੇ। ਅੱਗੇ ਬੇਟਾ ਆਰਗੇਨਾਈਜੇਸ਼ਨ ਦੇ ਵਿੱਚ ਕੀ ਹੈ ਜੀ ਮਤਲਬ ਕਿ ਇਹ ਡਿਸਾਈਡ ਕਰਦੇ ਹਾਂ ਕਿ ਮਤਲਬ ਸਾਡੇ ਆਰਗੇਨਾਈਜੇਸ਼ਨ ਦਾ ਫਰੇਮਵਰਕ ਹੋਣਾ, ਕਿ ਮਤਲਬ ਕਿੰਨੇ ਕੰਮ ਕਰਨ ਵਾਲੇ ਬੰਦੇ ਹੋਣੇ ਆ, ਕਿਹਦੇ ਅੰਡਰ ਕਿਹੜਾ ਕੰਮ ਹੋਣਾ ਆ, ਜਾਂ ਸਾਡੇ ਆਰਗੇਨਾਈਜੇਸ਼ਨ ਡਿਪਾਰਟਮੈਂਟ ਕਿਹੜਾ ਕਿਹੜਾ ਹੋਣਾ ਆ, ਠੀਕ ਆ। ਕਿੰਨੇ ਸੁਪਰਵਾਈਜ਼ਰ ਹੋਣੇ ਆ, ਕਿੰਨੇ ਮੈਨੇਜਰ ਹੋਣੇ ਆ, ਠੀਕ ਨਾ। ਔਰ ਕਿੰਨੇ ਡਾਇਰੈਕਟਰ ਹੋਣੇ ਆ, ਠੀਕ ਨਾ। ਅਲੱਗ-ਅਲੱਗ ਡਿਪਾਰਟਮੈਂਟ ਦੇ ਅਲੱਗ, ਠੀਕ ਨਾ। ਕਿ ਉਹਦਾ ਸਟਰਕਚਰ ਕੀ ਹੋਣਾ ਆ, ਕਿ ਮਤਲਬ ਕਿਆ ਜੀ ਇੱਕੋ ਲਾਈਨ ਦੇ ਵਿੱਚ ਮੈਨੇਜਮੈਂਟ ਹੋਊਗੀ ਜਾਂ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਹੋਊਗਾ, ਠੀਕ ਨਾ। ਕਿ ਮਤਲਬ ਕਿਆ ਜੀ ਜਿੱਦਾਂ ਮਤਲਬ ਮੈਨੇਜਮੈਂਟ ਦੇ ਵਿੱਚ ਸੇਲ ਡਿਪਾਰਟਮੈਂਟ ਅਲੱਗ ਹੋਊਗਾ, ਪਰਚੇਜ ਡਿਪਾਰਟਮੈਂਟ ਅਲੱਗ, ਫਾਈਨਾਂਸ ਅਲੱਗ, ਮਾਰਕੀਟਿੰਗ ਡਿਪਾਰਟਮੈਂਟ ਅਲੱਗ ਹੋਊਗਾ, ਠੀਕ ਨਾ। ਕਿ ਮਤਲਬ ਸਾਡਾ ਫਰੇਮਵਰਕ ਕਿੱਦਾਂ ਹੋਣਾ। ਅੱਗੇ ਬੇਟਾ ਸਟਾਫਿੰਗ ਆ ਜਾਂਦਾ। ਸਟਾਫਿੰਗ ਦੇ ਵਿੱਚ ਹੈਗਾ ਆ ਕਿ ਜਿਹੜਾ ਵੀ ਸਾਡੇ ਮੈਨੇਜਮੈਂਟ ਦੇ ਵਿੱਚ ਹੈ ਨਾ ਜੋ ਵੀ ਮਤਲਬ ਕੰਮ ਕਰਨ ਲਈ ਵਿਅਕਤੀ ਚਾਹੀਦਾ, ਠੀਕ ਨਾ, ਉਹਨੂੰ ਪ੍ਰੋਪਰ ਤੌਰ 'ਤੇ ਕਹਿ ਜੀ ਪ੍ਰੋਵਾਈਡ ਕਰਾਉਣਾ, ਠੀਕ ਨਾ। ਉਹਦੇ ਵਿੱਚ ਸਿਰਫ ਇਹੀ ਨਹੀਂ ਆ ਜਾਂਦਾ ਕਿ ਮਤਲਬ ਭਰਤੀ ਕਰਨਾ, ਉਹਨਾਂ ਨੂੰ ਮਤਲਬ ਕਿ ਟ੍ਰੇਨਿੰਗ ਦੇਣੀ, ਉਹਨਾਂ ਨੂੰ ਮਤਲਬ ਸਿਲੈਕਸ਼ਨ ਕਰਨੀ, ਰਿਕਰੂਟਮੈਂਟ ਕਰਨੀ, ਪਲੱਸ ਕਿਆ ਜੀ ਉਹਨਾਂ ਨੂੰ ਤਨਖਾਹ ਕਿੰਨੀ ਦੇਣੀ ਆ, ਠੀਕ ਨਾ, ਸਾਰਾ ਕੁਛ। ਅੱਗੇ ਬੇਟਾ ਜਿਹੜਾ ਡਾਇਰੈਕਟਿੰਗ ਦੇ ਵਿੱਚ ਆ ਜਾਂਦਾ ਹੈਗਾ ਆ ਕਿ ਮੈਨੇਜਮੈਂਟ ਨੇ ਜਿਹਦੇ ਵਿੱਚ ਕੀ ਕਰਨਾ ਹੈਗਾ ਜੀ ਇੱਕ ਬਿਜ਼ਨਸ ਦੇ ਇੰਪਲਾਈ ਨੂੰ ਡਾਇਰੈਕਸ਼ਨ ਪ੍ਰੋਵਾਈਡ ਕਰਾਉਣੀ ਕਿ ਉਹਨੇ ਕਿਸ ਤਰ੍ਹਾਂ ਕੰਮ ਕਰਨਾ ਆ ਜਿਹਦੇ ਨਾਲ ਸਾਡੇ ਆਰਗੇਨਾਈਜੇਸ਼ਨ ਦੇ ਜਾਂ ਮੈਨੇਜਮੈਂਟ ਦੇ ਆਬਜੈਕਟਿਵਸ ਨੂੰ ਕੀ ਕੀਤਾ ਜਾ ਸਕੇ ਜੀ ਪੂਰਾ ਕੀਤਾ ਜਾਏ। ਇੱਕ ਤਰ੍ਹਾਂ ਦੇ ਨਾਲ ਕੀ ਕਰਨੀ ਹੈ ਜੀ ਲੀਡ ਕਰਨੀ ਹੈ, ਠੀਕ ਨਾ। ਅੱਗੇ ਬੇਟਾ ਕੰਟਰੋਲਿੰਗ ਆ। ਕੰਟਰੋਲਿੰਗ ਦੇ ਵਿੱਚ ਇਹ ਦੇਖਿਆ ਜਾਣਾ ਹੈ ਕਿ ਜਿਸ ਬੰਦੇ ਨੂੰ ਜਿਹੜਾ ਵੀ ਕੰਮ ਦਿੱਤਾ ਗਿਆ ਆ ਉਹ ਕੰਮ ਸਹੀ ਤਰੀਕੇ ਨਾਲ ਕਰਦਾ ਪਿਆ ਆ, ਠੀਕ ਨਾ। ਜੇ ਨਹੀਂ ਕਰਦਾ ਪਿਆ ਆ ਤਾਂ ਉਹਨੂੰ ਰਿਮੂਵ ਕਰਨਾ, ਠੀਕ ਨਾ। ਇੱਕ ਸਟੈਂਡਰਡ ਨਿਸ਼ਚਿਤ ਕਰਕੇ ਦੇਖਣਾ ਉਹਦੇ ਮੁਤਾਬਕ ਕੰਮ ਹੋ ਰਿਹਾ, ਜੇ ਨਹੀਂ ਹੋ ਰਿਹਾ ਤਾਂ ਉਹਨਾਂ ਨੂੰ ਗਲਤੀਆਂ ਨੂੰ ਕੀ ਕਰਨਾ ਜੀ ਇੰਪਰੂਵ ਕਰਨਾ, ਉਹਨਾਂ ਨੂੰ ਰਿਮੂਵ ਕਰਕੇ ਕੰਮ ਨੂੰ ਸਹੀ ਕਰਾਉਣਾ, ਠੀਕ ਨਾ, ਮਤਲਬ ਕੰਟਰੋਲ ਕਰਨਾ।
ਦੇਖਣਾ ਹੈ ਕਿ ਕਿਸ ਤਰ੍ਹਾਂ ਦੀ ਕੋਈ ਮਤਲਬ ਕਿਹਾ ਜੀ, ਜੇ ਉਹ ਮਤਲਬ ਪਰਫਾਰਮੈਂਸ ਸਹੀ ਨਹੀਂ ਹੈਗੀ ਉਹਨਾਂ ਦੇ ਅਗੇਂਸਟ ਕੀ ਲੈਣਾ ਜੀ, ਐਕਸ਼ਨ ਲੈਣਾ। ਠੀਕ ਹੈ ਨਾ। ਅੱਗੇ ਬੇਟਾ ਹੈਗਾ ਜੀ ਕੋਆਰਡੀਨੇਸ਼ਨ ਤੁਹਾਡਾ। ਠੀਕ ਹੈ ਨਾ, ਕਿ ਮਤਲਬ ਕੋਆਰਡੀਨੇਸ਼ਨ ਦੇ ਵਿੱਚ ਕੀ ਦੇਖਣਾ ਹੈ ਅਸੀਂ, ਕੋਆਰਡੀਨੇਸ਼ਨ ਦੇ ਵਿੱਚ ਇਹ ਦੇਖਣਾ ਆ ਕਿ ਜਿਹੜੇ ਮਤਲਬ ਹੈ ਨਾ ਸਾਡੇ ਬਿਜ਼ਨਸ ਦੇ ਮੈਨੇਜਮੈਂਟ ਦੇ ਅਲੱਗ-ਅਲੱਗ ਕੰਮ ਆ, ਠੀਕ ਹੈ ਨਾ, ਅਲੱਗ-ਅਲੱਗ ਸੇਪਰੇਟ ਹੈਗੇ ਆ, ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਰਿਲੇਸ਼ਨ ਬਣਾ ਕੇ ਚੱਲਣਾ। ਇਹ ਨਾ ਹੋਵੇ ਕਿ ਮੈਨੇਜਮੈਂਟ ਦੇ ਵਿੱਚ ਆਰਗੇਨਾਈਜੇਸ਼ਨ ਦੇ ਵਿੱਚ ਸਿਰਫ ਇੱਕੋ ਹੀ ਕੰਮ ਹੋ ਜਾਵੇ, ਠੀਕ ਹੈ ਨਾ, ਤੇ ਬਾਕੀ ਰਹਿ ਜਾਣ। ਠੀਕ ਹੈ ਨਾ, ਜਿੱਦਾਂ ਮੰਨ ਲਓ ਅਸੀਂ ਪੜ੍ਹਾਉਂਦੇ ਹੀ ਹਾਂ, ਠੀਕ ਹੈ ਨਾ, ਮੈਂ ਆਪਣਾ ਸਾਰਾ ਸਿਲੇਬਸ ਕਰਾ ਦੇਵਾਂ ਤੇ ਨਾਲ ਦੇ ਸਬਜੈਕਟ ਦਾ ਸਿਲੇਬਸ ਹੋਵੇ ਨਾ, ਜਾਂ ਸਾਰੇ ਪੀਰੀਅਡ ਮੈਂ ਹੀ ਲਾਈ ਜਾਵਾਂ, ਬਾਕੀ ਟੀਚਰਾਂ ਦਾ ਪੀਰੀਅਡ ਵਿਚਾਰਿਆਂ ਦਾ ਲੱਗੇ ਨਾ। ਠੀਕ ਨਾ, ਕਿ ਮੰਨ ਲਓ ਕਿ ਜੀ ਇੱਕ ਦੂਜੇ ਦੇ ਜਿਹੜੇ ਅਲੱਗ-ਅਲੱਗ ਸੈਪਰੇਟ ਫੰਕਸ਼ਨ ਹੈ ਨਾ, ਸਾਰਿਆਂ ਵਿੱਚ ਆਪਸ ਵਿੱਚ ਕੀ ਬਣਾ ਕੇ ਜਿਹੜਾ ਕੋਆਰਡੀਨੇਸ਼ਨ ਬਣਾ ਕੇ ਚੱਲਣਾ। ਠੀਕ ਨਾ, ਕਿ ਬੇਟਾ ਜਿਹੜਾ ਹੈ ਨਾ ਸਾਡੇ ਕੋਲ ਕੋਆਰਡੀਨੇਸ਼ਨ ਹੁੰਦਾ ਆ, ਇਹ ਕਿਸੇ ਵੀ ਬਿਜ਼ਨਸ ਮੈਨੇਜਮੈਂਟ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਠੀਕ ਨਾ, ਕਿ ਮਤਲਬ ਇਹ ਤੋਂ ਬਿਨਾਂ ਕੋਈ ਵੀ ਮੈਨੇਜਮੈਂਟ ਸਹੀ ਤਰੀਕੇ ਨਾਲ ਜਾਂ ਵਧੀਆ ਰਿਜ਼ਲਟ ਨਹੀਂ ਦੇ ਸਕਦੀ। ਠੀਕ ਨਾ, ਕਿ ਮਤਲਬ ਕਿਸੇ ਵੀ ਬਿਜ਼ਨਸ ਦੇ ਮੈਨੇਜਮੈਂਟ ਦੇ ਫੁੱਲਫਿਲ ਜਾਂ ਵਧੀਆ ਤਰੀਕੇ ਨਾਲ ਕੰਮ ਕਰਨੇ ਦੇ ਲਈ ਸਾਨੂੰ ਕੀ ਚਾਹੀਦੀ ਹੈ ਜੀ, ਕੋਆਰਡੀਨੇਸ਼ਨ ਜ਼ਰੂਰੀ ਚਾਹੀਦੀ ਆ। ਠੀਕ ਨਾ, ਕਹਿੰਦਾ ਇਸੇ ਕਰਕੇ ਕਹਿੰਦਾ ਇਟ ਇਜ਼ ਰਾਈਟਲੀ ਸੈਡ ਦੈਟ ਦੀ ਕੋਆਰਡੀਨੇਸ਼ਨ ਕਹਿੰਦਾ ਸੈਂਸ ਆਫ ਦੀ ਮੈਨੇਜਮੈਂਟ ਐਸੈਂਸੀ ਪਲੱਸ ਉਹੀ ਹੈ ਜੀ ਕਿ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਆ। ਠੀਕ ਨਾ, ਕਿ ਪਲੱਸ ਕਿਹਾ ਜੀ ਕਿ ਜਿਹੜੇ ਹੈ ਨਾ ਮਤਲਬ ਕਿਹਾ ਜੀ ਕਿ ਕਹਿੰਦਾ ਐਸੈਂਸ਼ੀਅਲ ਔਰ ਕਹਿੰਦਾ ਵੈਰੀ ਇੰਪੋਰਟੈਂਟ ਪਾਰਟ ਆਫ ਦੀ ਕੋਆਰਡੀਨੇਸ਼ਨ ਮੈਨੇਜਮੈਂਟ ਦਾ ਕਹਿੰਦੀ ਬਹੁਤ ਜ਼ਿਆਦਾ ਜ਼ਰੂਰੀ ਪਾਰਟ ਆ। ਠੀਕ ਨਾ, ਅੱਗੇ ਬੇਟਾ ਹੈਗਾ ਜਿੱਦਾਂ ਨਾ ਪਹਿਲੇ ਨੰਬਰ 'ਤੇ ਕੋਆਰਡੀਨੇਸ਼ਨ ਅਲੱਗ-ਅਲੱਗ ਤੇ ਪਹਿਲੇ ਨੰਬਰ 'ਤੇ ਕੋਆਰਡੀਨੇਸ਼ਨ ਬਿਟਵੀਨ ਦੀ ਡਿਪਾਰਟਮੈਂਟ, ਕਿ ਮਤਲਬ ਕਿ ਜੀ ਮੈਨੇਜਮੈਂਟ ਦੇ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਆ ਉਹਨਾਂ ਦੇ ਆਪਸ ਵਿੱਚ ਹੀ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ। ਠੀਕ ਨਾ, ਜਿੱਦਾਂ ਮਤਲਬ ਕਿ ਜੀ ਇੱਕ ਸੇਲ ਡਿਪਾਰਟਮੈਂਟ ਆ, ਇੱਕ ਕਿਹੜਾ ਪਰਚੇਜ ਡਿਪਾਰਟਮੈਂਟ। ਸੇਲ ਡਿਪਾਰਟਮੈਂਟ ਦਾ ਜੋ ਟਾਰਗੇਟ ਹੋਊਗਾ, ਠੀਕ ਨਾ, ਉਹਦੇ ਮੁਤਾਬਕ ਹੀ ਸਾਨੂੰ ਪ੍ਰੋਡਕਸ਼ਨ ਕਰਨੀ ਪੈਣੀ ਆ, ਔਰ ਪ੍ਰੋਡਕਸ਼ਨ ਲਈ ਜਿੰਨਾ ਰਾਓ ਮਟੀਰੀਅਲ ਚਾਹੀਦਾ ਆ ਤਾਂ ਪਰਚੇਜ ਡਿਪਾਰਟਮੈਂਟ ਉਹਦੇ ਮੁਤਾਬਕ ਖਰੀਦੂਗਾ। ਠੀਕ ਨਾ, ਤੇ ਇਹਦਾ ਮਤਲਬ ਕਿ ਜੀ ਪਰਚੇਜ ਡਿਪਾਰਟਮੈਂਟ ਨੂੰ ਸੇਲ ਡਿਪਾਰਟਮੈਂਟ ਦੇ ਨਾਲ ਕੋਆਰਡੀਨੇਸ਼ਨ ਬਣਾ ਕੇ ਚੱਲਣਾ ਪੈਣਾ, ਕਿ ਸੇਲ ਡਿਪਾਰਟਮੈਂਟ ਨੇ ਜਿੰਨੀਆਂ ਚੀਜ਼ਾਂ ਵੇਚਣੀਆਂ ਹੈ, ਜਿੰਨਾ ਦਾ ਟਾਰਗੇਟ ਹੋਊਗਾ ਉਹਦੇ ਮੁਤਾਬਕ ਕੀ ਕਰੂੰਗਾ ਜੀ ਉਹ, ਕਿ ਉਹਨਾਂ ਨੂੰ ਸਮਾਨ ਵੇਚੂਗਾ। ਠੀਕ ਹੈ ਨਾ, ਅੱਗੇ ਬੇਟਾ ਹੈਗਾ ਕੋਆਰਡੀਨੇਸ਼ਨ ਵਿਦ ਇਨ ਦੀ ਡਿਪਾਰਟਮੈਂਟ। ਜਿੱਦਾਂ ਨਾ ਦੋ ਡਿਪਾਰਟਮੈਂਟਾਂ ਦੇ ਵਿੱਚ ਆਪਸ ਵਿੱਚ ਕੋਆਰਡੀਨੇਸ਼ਨ ਹੋਣਾ ਚਾਹੀਦਾ, ਇੱਦਾਂ ਇੱਕ ਡਿਪਾਰਟਮੈਂਟ ਦੇ ਅੰਦਰ ਵੀ ਕੋਆਰਡੀਨੇਸ਼ਨ ਹੋਣਾ ਚਾਹੀਦਾ। ਠੀਕ ਨਾ, ਯਾਨੀ ਕਿ ਇੱਕ ਡਿਪਾਰਟਮੈਂਟ ਦੇ ਵਿੱਚ ਇਹਦਾ ਨਾ ਅਲੱਗ-ਅਲੱਗ ਵਰਕਰ ਕੰਮ ਕਰਦੇ ਆ, ਉਹ ਸਾਰੇ ਵਰਕਰ ਨੂੰ ਆਪਸ ਵਿੱਚ ਕੀ ਹੋਣਾ ਚਾਹੀਦਾ, ਕੋਆਰਡੀਨੇਸ਼ਨ ਬਣਾ ਕੇ ਚੱਲਣਾ ਚਾਹੀਦਾ। ਠੀਕ ਨਾ, ਇਹ ਨਹੀਂ ਹੈਗਾ ਕਿ ਮੰਨ ਲਓ ਜਿਹੜੇ ਮਤਲਬ ਆਪਣੇ ਆਪਣੇ ਤਰੀਕੇ ਹਰੇਕ ਕੋਈ ਆਪਣਾ ਟਾਰਗੇਟ ਪੂਰਾ ਕਰਨੇ 'ਤੇ ਲੱਗਿਆ, ਦੂਜੇ ਨੂੰ ਦੇਖਦਾ ਨਹੀਂ ਪਿਆ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਹੈ, ਮੰਨ ਲਓ ਮੈਂ ਸਿਲੇਬਸ ਕਰਾਈ ਜਾਵਾਂ, ਬਾਕੀ ਦੇ ਟੀਚਰਾਂ ਦਾ ਸਿਲੇਬਸ ਵਿਚਾਰਿਆਂ ਦਾ ਹੋਵੇ ਨਾ, ਮਤਲਬ ਕਿ ਜੀ ਉਹਨਾਂ ਨੂੰ ਕੋਈ ਮੈਂ ਪੀੜ ਨਾ ਦੇਵਾਂ, ਸਾਰੇ ਪੀੜ ਮੈਂ ਹੀ ਲਾਵਾਂ, ਜਾਣੀ ਕਿ ਸਾਰਿਆਂ ਨਾਲ ਕੋਆਪਰੇਸ਼ਨ ਕਰਕੇ ਚੱਲਣਾ ਚਾਹੀਦਾ। ਅੱਗੇ ਬੇਟਾ ਕੋਆਰਡੀਨੇਸ਼ਨ ਬਿਟਵੀਨ ਦੀ ਲੈਵਲ ਆਫ ਮੈਨੇਜਮੈਂਟ ਪਲੱਸ ਕਿ ਜੀ ਅਲੱਗ-ਅਲੱਗ ਲੈਵਲ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਵਿੱਚ ਵੀ ਕੋਆਰਡੀਨੇਸ਼ਨ ਹੋਣਾ ਚਾਹੀਦਾ ਹੈ। ਜਿੱਦਾਂ ਮਤਲਬ ਕਿ ਜੀ ਟੋਪ ਲੈਵਲ ਦਾ ਮੈਨੇਜਮੈਂਟ ਤੇ ਮਿਡਲ ਲੈਵਲ ਦਾ ਮੈਨੇਜਮੈਂਟ, ਠੀਕ ਨਾ, ਤੇ ਪਲੱਸ ਕਿ ਜੀ ਸਾਰਾ ਵਿੱਚ ਕੋਆਰਡੀਨੇਸ਼ਨ ਹੋਣਾ ਚਾਹੀਦਾ। ਟੋਪ ਲੈਵਲ ਨੇ ਜਿਹੜੀਆਂ ਵੀ ਪਾਲਿਸੀਆਂ ਬਣਾਉਣੀਆਂ ਆ, ਠੀਕ ਨਾ, ਉਹ ਪਾਲਿਸੀਆਂ ਕਿਹਨਾਂ ਦੇ ਮੁਤਾਬਕ ਹੋਣੀ ਚਾਹੀਦੀਆਂ, ਜਿਹੜੀਆਂ ਮਿਡਲ ਲੈਵਲ ਜਾਂ ਲੋਅਰ ਲੈਵਲ ਮੈਨੇਜਮੈਂਟ ਉਹਨਾਂ ਦੇ ਮੁਤਾਬਕ, ਉਹਨਾਂ ਦੀਆਂ ਰਿਕੁਆਇਰਮੈਂਟ ਦੇ ਮੁਤਾਬਕ। ਠੀਕ ਨਾ, ਇਹ ਨਾ ਹੋਵੇ ਕਿ ਜਿਹੜਾ ਟੋਪ ਲੈਵਲ ਮੈਨੇਜਮੈਂਟ ਆ ਉਹਨੇ ਪ੍ਰੋਡਕਸ਼ਨ ਦਾ ਟਾਰਗੇਟ ਕਿੰਨਾ ਰੱਖ ਦਿੱਤਾ ਜੀ, ਮੰਨ ਲਓ ਜੀ 10,000 ਚੀਜ਼ਾਂ ਬਣਾਉਣ ਦਾ, ਪਰ ਜਿਹੜੀ ਲੋਅਰ ਲੈਵਲ ਦੇ ਮਤਲਬ ਲੇਬਰ ਆ ਉਹ ਕਿੰਨੀ ਹੈ ਜੀ 100 ਜੋਗੀ ਹੈ। ਜਾਣੀ ਕਿ ਇੱਕ ਦੂਜੇ ਨਾ ਕੋਆਪਰੇਸ਼ਨ ਬਣਾ ਕੇ ਕੋਆਰਡੀਨੇਸ਼ਨ ਕਰਕੇ ਜਾਣ। ਕਹਿੰਦਾ ਕੋਆਰਡੀਨੇਸ਼ਨ ਬਿਟਵੀਨ ਐਂਡ ਵਿਦ ਇਨ ਦੀ ਫੰਕਸ਼ਨ ਆਫ ਮੈਨੇਜਮੈਂਟ ਪਲੱਸ ਕਿਹਾ ਜੀ ਕਿ ਜਿਹੜੇ ਹੈ ਨਾ ਮਤਲਬ ਕਿ ਮੈਨੇਜਮੈਂਟ ਦੇ ਅਲੱਗ-ਅਲੱਗ ਫੰਕਸ਼ਨ ਆ, ਠੀਕ ਨਾ, ਉਹਨਾਂ ਦੇ ਵਿਚਕਾਰ ਤੇ ਉਹਨਾਂ ਦੇ ਅੰਦਰ ਵੀ ਕੋਆਰਡੀਨੇਸ਼ਨ ਹੋਣਾ ਚਾਹੀਦਾ। ਜਾਣੀ ਕਿ ਜਿੱਦਾਂ ਪਲੈਨਿੰਗ ਹੋ ਗਿਆ, ਸਾਰੀਆਂ ਚੀਜ਼ਾਂ ਹੋ ਗਈਆਂ, ਇਹਨਾਂ ਵਿੱਚ ਪੂਰਾ ਆਪਸ ਫੰਕਸ਼ਨ ਵਿੱਚ ਵੀ ਕਹਿੰਦਾ ਕੋਆਰਡੀਨੇਸ਼ਨ ਸਾਨੂੰ ਬਣਾ ਕੇ ਚੱਲਣਾ ਚਾਹੀਦਾ ਹੈ। ਠੀਕ ਨਾ, ਜਿਹਦਾ ਪਹਿਲੇ ਨੰਬਰ 'ਤੇ ਹੈਗਾ ਫੋਰ ਐਗਜ਼ਾਮਪਲ ਕਹਿੰਦਾ ਕੋਆਰਡੀਨੇਸ਼ਨ ਕਿੱਦਾਂ ਬਣਾਉਣਾ ਆ, ਕਹਿੰਦਾ ਜਦੋਂ ਵੀ ਆਪਾਂ ਪਲੈਨਿੰਗ ਬਣਾਉਣੀ ਆ, ਕੰਟਰੋਲਿੰਗ ਬਣਾਉਣੀ ਆ, ਜਿਹੜੀ ਪਲੈਨਿੰਗ ਹੋਣੀ ਆ ਨਾ ਉਹਦੇ ਵਿੱਚ ਕਿਹਾ ਜੀ ਆਪਾਂ ਕੰਟਰੋਲਿੰਗ ਲਈ ਸਟੈਂਡਰਡ ਪਹਿਲਾਂ ਤੋਂ ਹੀ ਨਿਸ਼ਚਿਤ ਕਰ ਦੇਣੇ, ਜਿਹਦੇ ਨਾਲ ਕਿਹਾ ਜੀ ਕੰਟਰੋਲਿੰਗ ਆਪਾਂ ਸਹੀ ਤਰੀਕੇ ਨਾਲ ਕਰ ਸਕੀਏ, ਸਹੀ ਤਰੀਕੇ ਨਾਲ ਹਰੇਕ ਦੀ ਕਿਹਾ ਜੀ ਪਰਫਾਰਮੈਂਸ ਨੂੰ ਮਾਪ ਸਕੀਏ। ਠੀਕ ਨਾ, ਇਸ ਤਰ੍ਹਾਂ ਕੋਆਰਡੀਨੇਸ਼ਨ ਇਨ ਆਲਸੋ ਰਿਕੁਆਇਰਡ ਵਿਦ ਇਨ ਦੀ ਫੰਕਸ਼ਨ ਪਲੱਸ ਕਿਹੜੀ ਫੰਕਸ਼ਨ ਦੇ ਵਿੱਚ, ਮਤਲਬ ਕਿ ਜੀ ਕਿ ਜਦੋਂ ਵੀ ਆਪਾਂ ਕੋਈ ਪਲੈਨਿੰਗ ਬਣਾਉਣੀ ਆ, ਠੀਕ ਨਾ, ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈਗਾ ਜੀ, ਪਲੈਨਿੰਗ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹਰੇਕ ਬੰਦੇ ਨੂੰ ਕਿ ਪਲੱਸ ਕਿ ਜੀ ਪਲੈਨਿੰਗ ਕਿੱਦਾਂ ਦੀ ਬਣਾਉਣੀ ਆ। ਠੀਕ ਨਾ, ਕਿ ਲੌਂਗ ਟਰਮ ਕਿੱਦਾਂ ਰੱਖਣੇ, ਸ਼ੋਰਟ ਟਰਮ ਰੱਖਣੇ ਆ। ਜਿਹੜਾ ਲੌਂਗ ਟਰਮ ਪਲਾਨ ਬਣਾਉਣਾ ਹੈ ਨਾ ਉਹਦੇ ਮੁਤਾਬਕ ਹੀ ਸ਼ੋਰਟ ਟਰਮ ਪਲਾਨ ਵੀ ਆਪਾਂ ਬਣਾਉਣੇ ਆ। ਠੀਕ ਨਾ, ਆਰਗੇਨਾਈਜ਼ਿੰਗ ਆ, ਜਿਹੜੀ ਆਰਗੇਨਾਈਜ਼ਿੰਗ ਆ ਉਹ ਸਾਨੂੰ ਕਿਹਦੇ ਮੁਤਾਬਕ ਕਰਨੀ ਚਾਹੀਦੀ ਆ, ਪਲੈਨਿੰਗ ਦੇ ਮੁਤਾਬਕ, ਕਿ ਪਲੈਨਿੰਗ ਦੇ ਵਿੱਚ ਸਾਨੂੰ ਕੀ ਕੀ ਚਾਹੀਦਾ ਆ ਉਹਦੇ ਮੁਤਾਬਕ ਹੀ ਆਪਾਂ ਕਿਹਾ ਜੀ ਆਰਗੇਨਾਈਜ਼ਿੰਗ ਦਾ ਫੰਕਸ਼ਨ ਕਰਨਾ ਚਾਹੀਦਾ ਆ। ਠੀਕ ਨਾ, ਸਾਨੂੰ ਫਰੇਮਵਰਕ ਕੀ ਹੋਣਾ ਚਾਹੀਦਾ ਕਿ ਜੋ ਸਾਡੇ ਆਬਜੈਕਟਿਵਸ ਹੈਗੇ ਆ, ਠੀਕ ਨਾ, ਜੋ ਸਾਡੀਆਂ ਕਿਹਾ ਜੀ ਰਿਸਪੌਂਸਿਬਿਲਿਟੀ ਹਰੇਕ ਬੰਦੇ ਨੂੰ ਉਸ ਹਿਸਾਬ ਨਾਲ ਦੇਣੀਆਂ ਚਾਹੀਦੀਆਂ ਜੋ ਉਹਦੀਆਂ ਕਿਹਾ ਜੀ ਆਪਾਂ ਡਿਊਟੀਜ਼ ਕੀਤੀਆਂ ਨਿਸ਼ਚਿਤ। ਠੀਕ ਨਾ, ਜੋ ਉਹਨੂੰ ਅਥਾਰਟੀਆਂ ਦਿੱਤੀਆਂ ਆ ਉਹਦੇ ਮੁਤਾਬਕ ਹੀ ਆਪਾਂ ਉਹਨੂੰ ਕੀ ਦੇਣਾ ਹੈਗਾ ਜੀ, ਪ੍ਰੋਪਰ ਫੰਕਸ਼ਨ ਪਲੱਸ ਸਟਾਫਿੰਗ ਵਾਲਾ ਆ, ਇਹ ਕਿਤੇ ਡਿਪੈਂਡ ਕਰਨਾ ਆ, ਇਹ ਆਪਾਂ ਕਹਦੇ ਜੀ ਸਾਡਾ ਜਿਹੜਾ ਹੁਣ ਡਾਇਰੈਕਟਿੰਗ ਦਾ,
ਸੌਰੀ ਆਰਗੇਨਾਈਜ਼ਿੰਗ ਦਾ, ਜੋ ਅਸੀਂ ਮਤਲਬ ਜਿੰਨਾ ਆਰਗੇਨਾਈਜ਼ ਜਿਹੜੀਆਂ ਪੋਸਟਾਂ ਕ੍ਰੀਏਟ ਕੀਤੀ ਉਹਦੇ ਮੁਤਾਬਕ ਹੀ ਆਪਾਂ ਇੰਪਲਾਈਮੈਂਟ ਵੀ ਉਹਨਾਂ ਨੂੰ ਦੇਣੀ ਹੈ, ਠੀਕ ਨਾ। ਉਹ ਤੋਂ ਬੇਟਾ ਅੱਗੇ ਹੈਗਾ ਡਾਇਰੈਕਟਿੰਗ ਦਾ, ਮਤਲਬ ਕਿ ਡਾਇਰੈਕਟਿੰਗ ਦੇ ਵਿੱਚ ਕਈ ਆਪਾਂ ਐਕਟੀਵਿਟੀ ਕਰਦੇ, ਜਿੱਦਾਂ ਕਦੀ ਕਮਿਊਨੀਕੇਸ਼ਨ ਹੋ ਗਈ, ਮੋਟੀਵੇਸ਼ਨ ਹੋ ਗਈ, ਲੀਡਰਿੰਗ ਹੋ ਗਈ, ਠੀਕ ਨਾ। ਇਹਨਾਂ ਵਿੱਚ ਵੀ ਮਤਲਬ ਕਿ ਜੇ ਆਪਾਂ ਅਗਰ ਤਰ੍ਹਾਂ ਦੇ ਕੋਆਰਡੀਨੇਸ਼ਨ ਬਣਾ ਕੇ ਚੱਲਣਾ ਹੈ, ਠੀਕ ਨਾ। ਇਸੇ ਤਰ੍ਹਾਂ ਬੇਟਾ ਜਿਹੜਾ ਸਾਡਾ ਡਾਇਰੈਕਟਿੰਗ ਦਾ ਕੰਮ ਹੋਣਾ ਹੈ ਕਿਹਦੇ ਮੁਤਾਬਕ ਹੋਣਾ ਚਾਹੀਦਾ ਆ, ਜਿਹੜੇ ਸਾਡੇ ਮੇਨ ਪਲਾਨ ਆ ਉਹਨਾਂ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਟੂ ਹੀ ਹੋਣਾ ਚਾਹੀਦਾ। ਅੱਗੇ ਬੇਟਾ ਹੈਗਾ ਸਾਡੇ ਕੋਲ ਕੰਟਰੋਲਿੰਗ ਫੰਕਸ਼ਨ ਦੇ ਵਿੱਚ ਕਈ ਸਾਡੇ ਕੀ ਹੁੰਦਾ, ਪਰਫਾਰਮੈਂਸ ਨੂੰ ਚੈੱਕ ਕਰਨਾ ਆ ਵਰਕਰਸ ਦੀ, ਠੀਕ ਨਾ, ਕੋਈ ਪਰਫਾਰਮੈਂਸ ਅਕੋਰਡਿੰਗ ਟੂ ਦੀ ਪਲਾਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਜੇ ਮਤਲਬ ਨਹੀਂ ਹੋ ਰਹੀ ਤਾਂ ਆਪਾਂ ਉਹਨਾਂ ਨੂੰ ਕੀ ਕਰਨਾ ਹੈਗਾ ਜੀ, ਕਿ ਮਤਲਬ ਇਹ ਦੇਖਣਾ ਕਿ ਕੋਆਰਡੀਨੇਟ ਬਣਾ ਕੇ ਚੱਲਣਾ ਕਿ ਜਿਹੜੀ ਸਾਡੀ ਉਹਨੇ ਪਰਫਾਰਮੈਂਸ ਆ ਨਾ, ਕਿ ਜਿਹੜੇ ਸਟੈਂਡਰਡ ਸੈੱਟ ਕੀਤੇ ਉਹ ਆ ਉਹਨਾਂ ਦੀ ਪਰਫਾਰਮੈਂਸ ਉਹਦੇ ਮੁਤਾਬਕ ਹੋਣੀ ਚਾਹੀਦੀ ਆ, ਠੀਕ ਨਾ। ਔਰ ਪਲੱਸ ਸਟੈਂਡਰਡ ਵੀ ਇਸ ਹਿਸਾਬ ਨਾਲ ਨਿਸ਼ਚਿਤ ਕਰਨੇ ਆ ਕਿ ਉਹ ਮੰਨ ਦੇਖਣਾ ਰਿਕੁਆਇਰ ਮਤਲਬ ਜਿਹੜੇ ਇੰਪਲਾਈ ਹੈਗੇ ਉਹ ਕੰਮ ਕਰ ਸਕਦੇ ਹੁਣ ਨਾ, ਠੀਕ ਨਾ। ਤੇ ਜਿਹੜੇ ਸਟੈਂਡਰਡ ਨਿਸ਼ਚਿਤ ਕਰਨੇ ਆ ਪਲਾਨ ਦੇ ਮੁਤਾਬਕ, ਆਰਗੇਨਾਈਜ਼ ਸਟਰਕਚਰ ਦੇ ਮੁਤਾਬਕ ਹੀ ਹੋਣੀ ਚਾਹੀਦੀ ਆ, ਠੀਕ ਨਾ। ਅੱਗੇ ਬੇਟਾ ਹੈਗਾ ਤੁਹਾਡਾ ਨੇਚਰ ਆਫ ਕੋਆਰਡੀਨੇਸ਼ਨ ਕੀ ਆ, ਠੀਕ ਨਾ। ਪਹਿਲੇ ਨੰਬਰ ਤੇ ਹੈਗਾ ਜੀ ਕੋਆਰਡੀਨੇਸ਼ਨ ਕਿਹਾ ਜੀ ਇੰਟੀਗ੍ਰੇਟਰ ਗਰੁੱਪ ਐਫਰਟਸ ਆ, ਪਲੱਸ ਉਹੀ ਆ ਕਿ ਜਿਹੜੀ ਕੋਆਰਡੀਨੇਸ਼ਨ ਆ ਕਿਸੇ ਇੱਕ ਬੰਦੇ ਨਾਲ ਰਿਲੇਟਡ ਨਹੀਂ, ਅਲੱਗ ਗਰੁੱਪ ਨਾਲ ਰਿਲੇਟਡ ਹੋਣੇ ਚਾਹੀਦਾ। ਇੱਕ ਤੋਂ ਜ਼ਿਆਦਾ ਬੰਦੇ ਹੋਣ, ਇੱਕ ਤੋਂ ਜ਼ਿਆਦਾ ਐਕਟੀਵਿਟੀਆਂ ਹੋਣ, ਉਹਨਾਂ ਦੇ ਮਤਲਬ ਐਫਰਟ ਦੇ ਨਾਲ ਹੁੰਦਾ ਹੈ, ਠੀਕ ਹੈ ਨਾ। ਪਲੱਸ ਅੱਗੇ ਬੇਟਾ ਹੈਗਾ ਜੀ ਕੋਆਰਡੀਨੇਸ਼ਨ ਇੰਸ਼ੋਰ ਦੀ ਯੂਨਿਟੀ ਆਫ ਐਕਸ਼ਨ, ਪਲੱਸ ਉਹੀ ਆ ਕਿ ਇਹਦੇ ਵਿੱਚ ਕਿਹਾ ਜੀ ਕਿ ਸਾਰਿਆਂ ਦਾ ਮਤਲਬ ਇੱਕ ਕਾਮਨ ਐਕਸ਼ਨ ਹੋਣਾ ਚਾਹੀਦਾ, ਕਿ ਯਾਨੀ ਕਿ ਜੋ ਵੀ ਆਪਾਂ ਕੰਮ ਕਰਨਾ ਹੈ ਨਾ ਉਹਦੇ ਵਿੱਚ ਕੀ ਹੋਣਾ ਚਾਹੀਦਾ ਆ, ਕਿ ਪਲੱਸ ਕਿ ਜੀ ਯੂਨਿਟੀ ਆਫ ਐਕਸ਼ਨ ਕ੍ਰੀਏਟ ਕਰਦੀ ਇਹਦੇ ਨਾਲ, ਠੀਕ ਨਾ। ਕਿ ਮੰਨ ਲਓ ਜੇ ਅਲੱਗ-ਅਲੱਗ ਬੰਦੇ ਆ ਨਾ ਉਹ ਸਾਰੇ ਕੀ ਹੈ ਜੀ ਇੱਕੋ ਚੀਜ਼ 'ਤੇ ਹੀ ਫੋਕਸ ਹੋਣੇ ਚਾਹੀਦੇ ਆ, ਉਹਨਾਂ ਦਾ ਐਫਰਟ ਕੀ ਹੋਣਾ ਚਾਹੀਦਾ, ਉਹਨਾਂ ਨੂੰ ਫੋਕਸ ਕਰਨਾ। ਉਹ ਤੋਂ ਬਾਅਦ ਅੱਗੇ ਹੈਗਾ ਜੀ ਕੰਟੀਨਿਊ ਪ੍ਰੋਸੈਸ, ਠੀਕ ਨਾ। ਕੋਆਰਡੀਨੇਸ਼ਨ ਇਹ ਨਹੀਂ ਕਿ ਇੱਕ ਵੀ ਆਪਾਂ ਕੋਈ ਮਤਲਬ ਪੋਲਿਸੀ ਬਣਾਤੀ ਬਾਜੀ ਕੰਮ ਖਤਮ, ਇਹ ਲਗਾਤਾਰ ਕੀ ਹੋਣਾ ਚਾਹੀਦਾ ਜੀ, ਚੱਲਦਾ ਰਹਿੰਦਾ ਆ, ਠੀਕ ਨਾ। ਅੱਗੇ ਬੇਟਾ ਕੋਆਰਡੀਨੇਸ਼ਨ ਕਹਿੰਦਾ ਇਜ਼ ਐਨ ਆਲ ਪ੍ਰੋਸੈਸਿਵ, ਉਹੀ ਫੰਕਸ਼ਨ ਆ ਬੇਟਾ ਆਪਾਂ ਕਹਿ ਦਿੰਦੇ ਹਾਂ ਕਿ ਯੂਨੀਵਰਸਲ ਫੰਕਸ਼ਨ ਆ, ਕਿ ਜਿਹੜਾ ਕੋਆਰਡੀਨੇਸ਼ਨ ਇਹ ਨਹੀਂ ਹੈਗਾ ਕਿ ਸਿਰਫ ਇੱਕ ਜਗ੍ਹਾ 'ਤੇ ਚੱਲਦਾ ਆ, ਇਹ ਕੀ ਹੈਗਾ ਜੀ ਹਰੇਕ ਜਗ੍ਹਾ 'ਤੇ, ਹਰੇਕ ਬਿਜ਼ਨਸ ਦੇ ਵਿੱਚ, ਹਰੇਕ ਲੈਵਲ 'ਤੇ ਚੱਲਦਾ, ਠੀਕ ਹੈ। ਖੇਡਦੇ ਆ ਉੱਥੇ ਵੀ ਕੋਆਰਡੀਨੇਸ਼ਨ ਚੱਲਦਾ ਆ। ਉਹਦੇ ਬੇਟਾ ਅੱਗੇ ਕੋਆਰਡੀਨੇਸ਼ਨ ਇਜ਼ ਦੀ ਰਿਸਪੌਂਸਿਬਿਲਿਟੀ ਆਫ ਆਲ ਮੈਨੇਜਰ, ਪਲੱਸ ਕਿ ਜੀ ਕੋਆਰਡੀਨੇਸ਼ਨ ਲਿਆਉਣਾ ਨਾ ਅਲੱਗ-ਅਲੱਗ ਐਕਟੀਵਿਟੀ ਦੇ ਵਿੱਚ, ਇਹ ਕਹਿੰਦਾ ਹਰੇਕ ਮੈਨੇਜਰ ਦੀ ਰਿਸਪੌਂਸਿਬਿਲਿਟੀ ਹੁੰਦੀ ਆ, ਠੀਕ ਨਾ। ਕਿ ਪਲੱਸ ਕਿਹਾ ਜੀ ਉਹ ਇਹ ਨਹੀਂ ਕਹਿ ਸਕਦਾ ਕਿ ਮਤਲਬ ਮੇਰਾ ਇਹ ਕੰਮ ਨਹੀਂ ਹੈਗਾ, ਉਹਦਾ ਮੇਨ ਕੰਮ ਇਹੀ ਹੁੰਦਾ, ਠੀਕ ਨਾ। ਅੱਗੇ ਬੇਟਾ ਹੈਗਾ ਕੋਆਰਡੀਨੇਸ਼ਨ ਦੇ ਡੈਲੀਬਰੇਟ ਫੰਕਸ਼ਨ, ਪਲੱਸ ਕਿਹਾ ਜੀ ਕਿ ਜਿਹੜਾ ਹੈ ਨਾ ਕੋਆਰਡੀਨੇਸ਼ਨ ਆ ਉਹ ਜਾਣ ਬੁੱਝ ਕੇ ਕੀਤਾ ਜਾਂਦਾ, ਠੀਕ ਨਾ। ਕਿ ਮਤਲਬ ਕਿਹਾ ਜੀ ਹਰੇਕ ਕੋਈ ਇੰਪਲਾਈ ਚਾਹੁੰਦਾ ਹੈ, ਹਰੇਕ ਡਿਪਾਰਟਮੈਂਟ ਚਾਹੁੰਦਾ ਹੈ ਕਿ ਮੇਰੇ ਆਪਣੇ ਜਿਹੜੇ ਗੋਲਸ ਆ ਉਹਨਾਂ ਨੂੰ ਅਚੀਵ ਕੀਤਾ, ਇਸ ਕਰਕੇ ਖੁਸ਼ੀ ਹੈ ਨਾ ਦੂਜੇ ਡਿਪਾਰਟਮੈਂਟ ਦੇ ਨਾਲ, ਠੀਕ ਨਾ, ਕੋਆਰਡੀਨੇਸ਼ਨ ਕਰਕੇ ਤੇ ਜਿਹੜੀ ਆਪਣੀ ਐਕਸ਼ਨ ਦੇ ਵਿੱਚ ਯੂਨਿਟੀ ਲਿਆਂਦਾ, ਜਾਣੀ ਕਿ ਸਾਰੇ ਮਤਲਬ ਕਿਹਾ ਜੀ ਇੱਕ ਦੂਜੇ ਨਾਲ ਕੀ ਕਰਦੇ ਆ ਜੀ ਮਿਲ ਕੇ ਕੰਮ ਕਰਦੇ ਆ, ਠੀਕ ਨਾ। ਕਿ ਜਿਹਦੇ ਨਾਲ ਕਿਹਾ ਜੀ ਇੱਕ ਦੂਜੇ ਨਾਲ ਰਲ ਕੇ ਸਾਰਿਆਂ ਦੇ ਮਿਸ਼ਨ ਕਿਹਾ ਜੀ ਪੂਰੇ ਹੋ ਸਕਣ। ਬੇਟਾ ਇਹ ਵਾਲਾ ਜਿਹੜਾ ਨਾ ਇਹਦੇ ਨਾਲ ਟੌਪਿਕ ਖਤਮ ਹੋ ਗਿਆ। ਹੁਣ ਜਿਹੜਾ ਨਾ ਤੁਹਾਡੇ ਕੋਲ ਇਹ ਵਾਲਾ ਹੈਗਾ ਆ ਟੌਪਿਕ ਸਾਰਾ ਤੁਸੀਂ ਲਿਖ ਵੀ ਲੈਣਾ, ਆਪਣੀਆਂ ਕਾਪੀਆਂ ਦੇ ਨੋਟ ਜ਼ਰੂਰ ਕਰਨਾ।